ਧੰਨ ਵਾਹਿਗੁਰੂ ਸਾਹਿਬ ਜੀ। ਮੈਂ ਮੂਰਖ ਕੀ केतक बात है, कोट पराधी तरियारे। गुरु नानक जिन सुनिया पेखिया, से फिर गर्भास न परिया रे। गुरु नानक जिन सुनिया पेखिया, से फिर गर्भास न परिया रे। सतनाम। ਧੰਨ ਵਾਹਿਗੁਰੂ ਸਾਹਿਬ ਜੀ। ਗੋੜੀ ਬੈਰਾਗਣ ਇਕ ਓੰਕਾਰ, ਸਤਿਗੁਰ ਪ੍ਰਸਾਦ। ਸਤਿਜੁਗ ਸਤ ਤੇਤਾ ਜਗੀ, ਦੁਆਪੁਰ ਪੂਜਾ ਚਾਰ। तीनों जुग तीनों दिड़े, कल केवल नाम आधार। पार कैसे पाए बोरे, मोह स्यो को न कह समझाए। जाते आवागवन बिलाए, रहाउ बो विध धर्म निरूपियै। करता दीसै सब लोए, कवन करम ते छूटियै। जे साधे सब सिद्ध होए, करम अकरम विचारियै। शंका सुन वेद पुराण, संसा सद हृदय वसै। कौन हिरै अभिमान, बाहर उदक पखारियै। घट भीतर विविध विकार, शुद्ध कवन पर होए बो। सुच कुंचर विद व्यवहार, रव प्रकाश रजनी जथा गत। जानत सब संसार, पारस मानो ताबो छुए। कनक होत नहीं बार, परम परस गुर भेटियै। पूरब लिखत लिलाट, उन मन 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 ही मिले। छुटकत वज्र कपाट, भगत जुगत मत सत करी। ब्रह्म बंधन काट विकार, सोई बस रस मन मिले। गुण निर्गुण एक विचार, अनेक जतन निग्रह किए। टारी न टरै ब्रह्मफास, प्रेम भगत नहीं उपजै। ताते रविदास उदास, अनेक जतन निग्रह किए। टारी न टरै ब्रह्मफास, प्रेम भगत नहीं उपजै। ताते रविदास उदास। वाहिगुरू जी का खालसा, वाहिगुरू जी की फतेह। ਧੰਨ ਧੰਨ ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ ਸਤਸੰਗੀ ਜਨੋ, ਸਤਿਗੁਰਾਂ ਦੀ ਕਿਰਪਾ ਸਦਕਾ ਭਗਤਾਂ ਦੀ ਬਾਣੀ ਦੀ ਲੜੀਵਾਰ ਵਿਚਾਰ ਆਪਾਂ ਪਿਛਲੇ ਦਿਨਾਂ ਤੋਂ ਸਰਵਣ ਕਰਦੇ ਆ ਰਹੇ ਹਾਂ। ਇਹ ਪਾਵਨ ਸ਼ਬਦ ਕੱਲ੍ਹ ਦੇ ਦੀਵਾਨਾਂ ਵਿੱਚ ਵੀ ਆਪਾਂ ਵਿਚਾਰਿਆ ਸੀ। ਆਓ ਇਸ ਸ਼ਬਦ ਨੂੰ ਪੜ੍ਹ ਕੇ ਜੋ ਗੱਲ ਸਮਝ ਆਈ ਉਹ ਗੱਲ ਹੈ ਕਿ ਪਹਿਲੇ ਜਿਹੜੇ ਇਹ 4 ਪਦੇ ਹਨ ਉਸ ਦੇ ਵਿੱਚ ਪੰਡਤ ਨੇ ਜੋ ਸ਼ਾਸਤਰਾਂ ਦੇ ਅਨੁਸਾਰ ਕਰਮ ਦੱਸੇ ਹਨ ਉਹਨਾਂ ਦੀ ਗੱਲ ਹੈ। ਉਸ ਤੋਂ ਬਾਅਦ ਭਗਤ ਰਵਿਦਾਸ ਜੀ ਆਪਣਾ ਮਤ ਪੇਸ਼ ਕਰਦੇ ਹਨ। ਇਸ ਕਰਕੇ ਇਸ ਸ਼ਬਦ ਦੀ ਅੱਜ ਆਪਾਂ ਸਾਰੇ ਦੀ ਦੁਬਾਰਾ ਵਿਚਾਰ ਕਰਾਂਗੇ ਔਰ ਜ਼ਿਆਦਾ ਡੀਪਲੀ ਨਹੀਂ ਜਾਵਾਂਗੇ, ਕੇਵਲ ਸ਼ਬਦ ਅਰਥਾਂ ਰਾਹੀਂ ਸ਼ਬਦ ਨੂੰ ਸਮਝਣ ਦਾ ਯਤਨ ਕਰਾਂਗੇ। ਸੋ ਸਾਰੀਆਂ ਸੰਗਤਾਂ ਨੇ ਅਸੀਸਾਂ ਬਖਸ਼ਣੀਆਂ, ਦਾਸ ਕੁਛ ਕਹਿ ਸਕੇ, ਸ਼ਬਦ ਦੇ ਰਾਹੀਂ ਵਿਚਾਰ ਨੂੰ ਆਪਾਂ ਸਮਝ ਸਕੀਏ, ਇਹ ਗੁਰੂ ਮਹਾਰਾਜ ਆਪ ਕਿਰਪਾ ਕਰਨ। ਸੋ ਮਨੋਬਿਰਤੀਆਂ ਇਕਾਗਰ ਕਰੋ, ਪ੍ਰੇਮ ਨਾਲ ਗੁਰਮੰਤਰ ਦੀ ਸਾਂਝ ਕਰੋ। ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਫਿਰ ਕਰੋ ਕਿਰਪਾ ਸਤਨਾਮ ਸ੍ਰੀ ਵਾਹਿਗੁਰੂ। ਭਗਤ ਰਵਿਦਾਸ ਜੀ ਦਾ ਇੱਕ ਸਵਾਲ ਹੈ। ਉਹ ਸਵਾਲ ਇਹ ਰੱਖਦੇ ਹਨ, ਪਾਰ ਕੈਸੇ ਪਾਇਬੋ ਰੇ, ਮੋਸੋ ਕੋ ਨਾ ਕਹਿ ਸਮਝਾਏ, ਜਾਤੇ ਆਵਾ ਗਵਨ ਵਿਲਾਏ ਰਹਾਓ। ਇੱਕ ਸਵਾਲ ਜਿਹੜਾ ਹੈ ਉਹ ਭਗਤ ਰਵਿਦਾਸ ਜੀ ਨੇ ਰੱਖਿਆ ਹੈ। ਆਖਣ ਲੱਗੇ ਕਿ ਹੇ ਪੰਡਿਤ, ਹੇ ਧਾਰਮਿਕ ਕਿਰਿਆਵਾਂ ਨੂੰ ਦ੍ਰਿੜ ਕਰਾਉਣ ਵਾਲੇ ਮਨੁੱਖ, ਕਹਿੰਦੇ ਇਹਨਾਂ ਯੁਗਾਂ ਦੇ ਵੰਡੇ ਹੋਏ ਕਰਮਾਂ ਧਰਮਾਂ ਨਾਲ ਸੰਸਾਰ ਸਮੁੰਦਰ ਦਾ ਪਾਰਲਾ ਬੰਨਾ ਕਿਵੇਂ ਲੱਭੇਗਾ ਜਾਂ ਕਿਵੇਂ ਲੱਭੋਗੇ। ਇੱਕ ਸੰਬੋਧਨ ਕਰਦਿਆਂ ਉਸ ਵੇਲੇ ਦੇ ਜਿਹੜੇ ਧਰਮ ਕਰਮ ਕਰਾਉਣ ਵਾਲੇ ਧਾਰਮਿਕ ਲੋਕ ਨੇ ਉਹਨਾਂ ਨੂੰ ਸੰਬੋਧਨ ਹੋ ਕੇ ਭਗਤ ਰਵਿਦਾਸ ਜੀ ਗੱਲ ਕਰ ਰਹੇ ਹਨ। ਕਹਿੰਦੇ ਜਿਹੜੇ ਤੁਸੀਂ ਇਹਨਾਂ ਯੁਗਾਂ ਦੇ ਵੰਡੇ ਹੋਏ ਕਰਮਾਂ ਧਰਮਾਂ ਨਾਲ ਸੰਸਾਰ ਸਮੁੰਦਰ ਦਾ ਪਾਰਲਾ ਬੰਨਾ ਕਿਵੇਂ ਲੱਭੋਗੇ, ਜਿਹੜੇ ਕਰਮ ਧਰਮ ਤੁਸੀਂ ਦ੍ਰਿੜ ਕਰਾ ਰਹੇ ਹੋ, ਲੋਕਾਂ ਨੂੰ ਦੱਸ ਰਹੇ ਹੋ। ਤੁਹਾਡੇ ਵਿੱਚ ਕੋਈ ਵੀ ਮੈਨੂੰ ਐਸਾ ਕੰਮ ਸਮਝਾ ਕੇ ਨਹੀਂ ਦੱਸ ਸਕਿਆ ਕਿ ਜਿਸ ਦੀ ਸਹਾਇਤਾ ਨਾਲ ਮਨੁੱਖ ਦਾ ਜਿਹੜਾ ਜਨਮ ਮਰਨ ਦਾ ਗੇੜ ਹੈ ਉਹ ਮੁੱਕ ਸਕੇ। ਇਹਦਾ ਅਰਥ ਹੈ ਕਿ ਭਗਤ ਰਵਿਦਾਸ ਜੀ ਜੇ ਕਾਸ਼ੀ ਵਿੱਚ ਵਿਚਰਦੇ ਨੇ ਤਾਂ ਉਸ ਵੇਲੇ ਦੇ ਜਿਹੜੇ ਧਾਰਮਿਕ ਲੋਕ ਨੇ ਉਹਨਾਂ ਨਾਲ ਇਹ ਤਰਕ ਨਾਲ ਗੱਲ ਕਰਦੇ ਹਨ ਵੀ ਤੁਹਾਡੇ ਵਿੱਚੋਂ ਕੋਈ ਵੀ ਮੈਨੂੰ ਐਸਾ ਕੰਮ ਸਮਝਾ ਕੇ ਨਹੀਂ ਦੱਸ ਸਕਿਆ ਕਿ ਜਿਸ ਦੀ ਕੰਮ ਦੀ ਸਹਾਇਤਾ ਦੇ ਨਾਲ ਮਨੁੱਖ ਦਾ ਜਨਮ ਮਰਨ ਦਾ ਗੇੜ ਮੁੱਕ ਜਾਏ। ਤੁਸੀਂ ਜੋ ਦੱਸਦੇ ਹੋ ਫਿਰ ਉਹਨਾਂ ਦੇ ਕਰਮਾਂ ਦਾ ਜ਼ਿਕਰ ਭਗਤ ਜੀ ਨੇ ਕੀਤਾ। ਗੋੜੀ ਬੈਰਾਗਨ ਦੇ ਸਿਰਲੇਖ ਹੇਠ
ਇੱਕ ਓੰਕਾਰ ਸਤਿਗੁਰ ਪ੍ਰਸਾਦ ਮੰਗਲਾ ਚਰਨ ਹੈ। ਆਖਣ ਲੱਗੇ ਸਤ ਜੁਗ ਸਤ ਤੇਤਾ ਜਗੀ ਦੁਆਪੁਰ ਪੂਜਾ ਚਾਰ। ਆਖਣ ਲੱਗੇ ਹੇ ਪੰਡਤ ਜੀ, ਤੁਸੀਂ ਆਖਦੇ ਹੋ ਕਿ ਹਰੇਕ ਯੁੱਗ ਵਿੱਚ ਆਪੋ ਆਪਣਾ ਧਰਮ ਹੀ ਪ੍ਰਧਾਨ ਹੈ। ਕੱਲ੍ਹ ਕੁਛ ਉਦਾਹਰਨਾਂ ਦਿੱਤੀਆਂ ਸਨ, ਪਰ ਉਹ ਉਦਾਹਰਨਾਂ ਇਸ ਸ਼ਬਦ ਦੇ ਨਾਲ ਗੁਰਮਤ ਅਨੁਸਾਰ ਨਹੀਂ ਜੁੜਦੀਆਂ, ਕਿਉਂਕਿ ਜਦੋਂ ਇਸ ਸ਼ਬਦ ਨੂੰ ਮੈਂ ਧਿਆਨ ਨਾਲ ਵਾਚਿਆ, ਵਿਦਵਾਨਾਂ ਦੇ ਅਰਥ ਪੜ੍ਹ ਕੇ ਯਤਨ ਕੀਤਾ ਵੀ ਜਿਹੜੀਆਂ ਗੱਲਾਂ ਇੱਥੇ ਚੱਲ ਰਹੀਆਂ ਹਨ, ਦੂਜੇ ਸ਼ਬਦ ਵਿੱਚ ਉੱਥੇ ਸਿਧਾਂਤ ਕੋਈ ਹੋਰ ਚੱਲ ਰਿਹਾ ਹੈ। ਇਸ ਕਰਕੇ ਕਈ ਵਾਰੀ ਅੱਖਰ ਇੱਕੋ ਜਿਹੇ ਹੋਣ ਤਾਂ ਭੁਲੇਖਾ ਪੈਦਾ ਹੋ ਜਾਂਦਾ ਵੀ ਸ਼ਾਇਦ ਵਿਚਾਰਧਾਰਾ ਇੱਕੋ ਹੈ, ਪਰ ਇੱਥੇ ਜੋ ਇੱਕ ਸੰਬੋਧਨ ਕਰਦਿਆਂ ਆਖ ਰਹੇ ਨੇ, ਹੇ ਪੰਡਤ ਜੀ, ਤੁਸੀਂ ਆਖਦੇ ਹੋ ਕਿ ਹਰੇਕ ਯੁੱਗ ਵਿੱਚ ਆਪੋ ਆਪਣਾ ਕਰਮ ਹੀ ਪ੍ਰਧਾਨ ਹੈ। ਤੁਸੀਂ ਕਹਿੰਦੇ ਹੋ ਇਸ ਅਨੁਸਾਰ ਜੋ ਤੁਸੀਂ ਦੱਸਦੇ ਹੋ ਲੋਕਾਂ ਨੂੰ, ਸਤਿਯੁਗ ਦੇ ਵਿੱਚ ਦਾਨ ਆਦਿਕ ਪ੍ਰਧਾਨ ਸੀ। ਤ੍ਰੇਤੇ ਯੁੱਗ ਵਿੱਚ ਕਹਿੰਦੇ ਨੇ ਜਿਹੜੇ ਜਗ ਸਨ ਉਹ ਪ੍ਰਵਰਤ ਸਨ। ਦੁਆਪਰ ਵਿੱਚ ਦੇਵਤਿਆਂ ਦੀ ਪੂਜਾ ਪ੍ਰਧਾਨ ਕਰਮ ਸੀ। ਇਸ ਤਰ੍ਹਾਂ ਤੁਸੀਂ ਆਖਦੇ ਹੋ ਕਿ ਤਿੰਨੇ ਜਿਹੜੇ ਯੁੱਗ ਨੇ, ਇਹਨਾਂ ਤਿੰਨਾਂ ਕਰਮਾਂ ਧਰਮਾਂ ਉੱਤੇ ਜ਼ੋਰ ਦਿੰਦੇ ਹਨ। ਇਹ ਭਗਤ ਰਵਿਦਾਸ ਜੀ ਨਹੀਂ ਕਹਿ ਰਹੇ, ਭਗਤ ਰਵਿਦਾਸ ਜੀ ਗੱਲ ਪੁੱਛ ਰਹੇ ਹਨ ਉਹਨਾਂ ਧਾਰਮਿਕ ਲੋਕਾਂ ਨੂੰ ਕਿ ਤੁਸੀਂ ਇਹ ਸਾਰੀ ਚੀਜ਼ਾਂ ਦੱਸਦੇ ਹੋ ਅਤੇ ਦੱਸਦੇ ਹੋ ਕਿ ਕੱਲ ਕੇਵਲ ਨਾਮ ਆਧਾਰ, ਆਓ ਕਿ ਹੁਣ ਕਲਯੁਗ ਵਿੱਚ ਸਿਰਫ ਰਾਮ ਨਾਮ ਦਾ ਆਸਰਾ। ਇਸ ਦਾ ਅਰਥ ਸੀ ਸ਼੍ਰੀ ਰਾਮ ਚੰਦ ਜੀ ਅਤੇ ਕ੍ਰਿਸ਼ਨ ਜੀ। ਆਓ ਕਿ ਉਹ ਇਹ ਸਾਰੇ ਮਾਤਰ ਇੱਕ ਗੱਲ ਕਹਿ ਰਹੇ ਨੇ। ਆਖਣ ਲੱਗੇ ਤੁਸੀਂ ਕੀ ਕਰਦੇ ਹੋ ਕਿ ਲੋਕਾਂ ਨੂੰ ਇਹ ਗੱਲ ਆਖਦੇ ਹੋ ਕਿ ਸ਼੍ਰੀ ਰਾਮ ਕ੍ਰਿਸ਼ਨ ਅਵਤਾਰ ਦੇ ਨਾਮਾਂ ਦਾ ਆਸਰਾ, ਜਾਂ ਸ਼੍ਰੀ ਰਾਮ ਚੰਦ ਜੀ ਕ੍ਰਿਸ਼ਨ ਜੀ ਦੀ ਮੂਰਤੀ ਵਿੱਚ ਸੁਰਤ ਜੋੜ ਕੇ ਉਹਨਾਂ ਦੇ ਨਾਮ ਦਾ ਜਾਪ, ਇਹ ਕਹਿੰਦੇ ਇਹ ਆਸਰਾ ਹੈ, ਇਹ ਸਾਡਾ ਆਧਾਰ ਹੈ, ਕਲਯੁਗ ਦੇ ਵਿੱਚ ਇਸ ਦਾ ਆਸਰਾ ਹੈ। ਪਰ ਜਿਹੜੀ ਗੁਰਮਤ ਹੈ, ਜਿਹੜੀ ਗੁਰੂ ਕੀ ਵਿਚਾਰਧਾਰਾ ਹੈ, ਉਹ ਕਹਿੰਦੀ ਹੈ ਕਿ ਹਰ ਯੁੱਗ ਦੇ ਵਿੱਚ ਪਰਮਾਤਮਾ ਹੀ ਆਸਰਾ ਰਹਿੰਦਾ ਹੈ, ਕਿਉਂਕਿ ਪਰਮਾਤਮਾ ਦੀ ਜਿਹੜੀ ਕੁਦਰਤ ਹੈ ਅਤੇ ਕਾਦਰ ਹੈ, ਹਰ ਯੁੱਗ ਦੇ ਵਿੱਚ ਇੱਕੋ ਜਿਹਾ ਕੰਮ ਕਰਦੇ ਆ ਰਹੇ ਹਨ। ਉਹਦੇ ਵਿੱਚ ਕੋਈ ਬਦਲਾਵ ਨਹੀਂ ਹੈ, ਇੱਕੋ ਜਿਹੀ ਕੁਦਰਤ ਕੰਮ ਕਰ ਰਹੀ ਹੈ, ਉਸ ਤਰ੍ਹਾਂ ਹੀ ਕਾਦਰ ਕੰਮ ਕਰ ਰਿਹਾ ਹੈ। ਹਰ ਇੱਕ ਸ਼ੈ ਉਸਦੇ ਹੁਕਮ ਦੇ ਵਿੱਚ ਤੁਰੀ ਆ ਰਹੀ ਹੈ। ਪਰ ਮਨੁੱਖ ਦੇ ਲਈ ਤੁਸੀਂ ਜੋ ਹੈ ਇੱਕ ਵੱਖਰੇ ਕਿਸਮ ਦੀ ਗੱਲ ਕੀਤੀ ਕਿ ਕੇਵਲ ਕਲਯੁਗ ਦੇ ਅੰਦਰ ਅਵਤਾਰਾਂ ਦੇ ਨਾਮ ਦਾ ਆਸਰਾ ਹੈ। ਇਹ ਗੱਲ ਭਗਤ ਰਵਿਦਾਸ ਜੀ ਨਹੀਂ ਮੰਨ ਰਹੇ, ਉਹ ਤਾਂ ਕਟਾਕਸ ਕਰ ਰਹੇ ਹਨ ਕਿ ਇਹ ਜੇ ਮੰਨ ਲੈਂਦੇ ਆ, ਤੁਸੀਂ ਕਹਿੰਦੇ ਹੋ ਤਾਂ ਇੱਕ ਗੱਲ ਦੱਸੋ, ਪਾਰ ਕੈਸੇ ਪਾਏ? ਫਿਰ ਗੱਲ ਕਰਦੇ ਨੇ ਪਾਰ ਕਿਵੇਂ ਹੋਈਏ? ਆਓ ਕਿਸ ਤਰੀਕੇ ਦੇ ਨਾਲ ਕੀ ਪਾਰ ਹੋਇਆ ਜਾ ਸਕਦਾ ਹੈ? ਕੋਈ ਮੈਨੂੰ ਆ ਕੇ ਗੱਲ ਸਮਝਾਵੇ ਕਿ ਜਿਸ ਦੀ ਸਹਾਇਤਾ ਨਾਲ ਇਹ ਜਨਮ ਮਰਨ ਦਾ ਗੇੜ ਮੁੱਕ ਸਕੇ। ਫਿਰ ਅੱਗੇ ਵਿਚਾਰ ਕਰਦੇ ਹਨ, ਬਹੁਵਿਧ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਏ। ਕਰਮ ਅਕਰਮ ਵਿਚਾਰੀਐ। ਆਖਣ ਲੱਗੇ ਤੁਸੀਂ ਜੋ ਇਹ ਸਾਰੀਆਂ ਚੀਜ਼ਾਂ ਕਰਦੇ ਆ ਰਹੇ ਹੋ, ਬਹੁਵਿਧ ਧਰਮ ਨਿਰੂਪੀਐ। ਬਹੁਵਿਧ ਦਾ ਅਰਥ ਹੈ ਬਹੁਤ ਢੰਗਾਂ ਦੇ ਨਾਲ। ਪਾਓ ਕਿ ਸ਼ਾਸਤਰਾਂ ਅਨੁਸਾਰ ਕਈ ਤਰੀਕਿਆਂ ਨਾਲ ਵਰਨ ਆਸ਼ਰਮਾਂ ਦੇ ਜਿਹੜੇ ਕਰਤੱਵਾਂ ਦੀ ਹੱਦਬੰਦੀ ਕੀਤੀ ਗਈ ਹੈ, ਕੋਈ ਨੇਮ ਘੜੇ ਗਏ ਨੇ। ਇਹਨਾਂ ਸ਼ਾਸਤਰਾਂ ਨੂੰ ਮੰਨਣ ਵਾਲਾ ਸਾਰਾ ਜਗਤ ਇਹ ਮਿੱਥੇ ਹੋਏ ਕਰਮ ਕਾਂਡ ਜਾਂ ਕਰਮ ਧਰਮ ਕਰਦਾ ਦਿਸ ਰਿਹਾ। ਭਗਤ ਰਵਿਦਾਸ ਜੀ ਕਹਿ ਰਹੇ ਨੇ ਤੁਸੀਂ ਵੀ ਇਹ ਜਿਹੜਾ ਕਰਮ ਲੋਕਾਂ ਨੂੰ ਦ੍ਰਿੜ ਕਰਾਉਂਦੇ ਹੋ, ਜਾਂ ਸੰਸਾਰ ਨੂੰ ਮੈਂ ਦੇਖਦਾ ਉਹ ਇਹੀ ਦੇਖਦਾ ਕਿ ਇਹ ਜਿਹੜੇ ਵਰਨ ਆਸ਼ਰਮਾਂ ਦੇ ਤਰੀਕੇ ਹਨ, ਜੋ ਉਹਨਾਂ ਨੇ ਕਰਮ ਦੱਸੇ ਹਨ, ਜੋ ਕੋਈ ਹੱਦਬੰਦੀ ਕੀਤੀ ਵੀ ਇਸ ਹੱਦ ਵਿੱਚ ਰਹਿਣਾ, ਇਹ ਕਰਮ ਕਰਨੇ ਹਨ। ਕਹਿੰਦੇ ਇਹ ਸ਼ਾਸਤਰਾਂ ਨੂੰ ਮੰਨਣ ਵਾਲਾ ਸਾਰਾ ਜਗਤ ਇਹੀ ਮਿੱਥੇ ਹੋਏ ਜਿਹੜੇ ਕਰਮ ਧਰਮ ਕਰਦਾ ਦਿਸ ਰਿਹਾ ਹੈ। ਆਖਣ ਲੱਗੇ ਕਵਨ ਕਰਮ ਤੇ ਛੂਟੀਐ
ਜੇ ਸਾਦੇ ਸਭ ਸਿੱਧ ਹੋਏ। ਪਰ ਆਖਣ ਲੱਗੇ, ਪਰ ਕਿਸ ਕਰਮ ਧਰਮ ਦੇ ਕਰਨ ਨਾਲ ਆਵਾਗਮਨ ਤੋਂ ਖਲਾਸੀ ਹੋ ਸਕਦੀ ਹੈ? ਉਹ ਕਿਹੜਾ ਕਰਮ ਹੈ ਜਿਸ ਦੇ ਸਾਦਿਆਂ ਜੀਵਨ ਮਨੁੱਖ ਦੀ ਸਫਲਤਾ ਹੁੰਦੀ ਹੈ? ਇਹ ਗੱਲ ਤੁਸੀਂ ਨਹੀਂ ਦੱਸ ਸਕੇ। ਭਗਤ ਰਵਿਦਾਸ ਜੀ ਆਖ ਰਹੇ ਨੇ, ਤੁਸੀਂ ਇਹ ਗੱਲ ਤਾਂ ਦੱਸੀ ਨਹੀਂ ਹੈ। ਚਾਹੀਦਾ ਸੀ ਤੁਹਾਨੂੰ ਇਹ ਗੱਲ ਦੱਸਣੀ ਚਾਹੀਦੀ ਵੀ ਕਿਹੜਾ ਕਰਮ ਕਰੀਏ ਜਿਸ ਤੋਂ ਆਵਾਗਮਨ ਤੋਂ ਅਸੀਂ ਮੁਕਤ ਹੋ ਜਾਈਏ, ਕਿਹੜਾ ਕਰਮ ਕਰੀਏ ਜਿਸ ਦੇ ਨਾਲ ਸਾਡਾ ਜੀਵਨ ਜਿਹੜਾ ਉਹ ਸਫਲਾ ਹੋਵੇ। ਇਹ ਤੁਸੀਂ ਦੱਸਿਆ ਹੀ ਨਹੀਂ। ਤੁਸੀਂ ਕਰਮ ਕਾਂਡੀ ਜੀਵਨ ਤਾਂ ਲੋਕਾਂ ਨੂੰ ਦੱਸ ਦਿੱਤਾ, ਜਾਂ ਇੱਕ ਜਿਹੜੇ ਵਰਨ ਆਸ਼ਰਮਾਂ ਦੇ ਜਿਹੜੇ ਕੰਮ ਸਨ ਉਹਨਾਂ ਦੀ ਹੱਦਬੰਦੀ ਤੇ ਦੱਸ ਦਿੱਤੀ। ਮਿੱਥੇ ਹੋਏ ਜਿਹੜੇ ਕਰਮ ਤੁਸੀਂ ਸਾਰਿਆਂ ਨੂੰ ਦੱਸ ਦਿੱਤੇ ਵੀ ਇਹ ਕਰਮ ਕਰਨੇ ਹਨ, ਪਰ ਉਹ ਕਰਮ ਦੱਸਿਆ ਹੀ ਨਹੀਂ ਜਿਹੜੇ ਕਰਮ ਨੂੰ ਕਰਕੇ ਇਹ ਆਵਾਗਮਨ ਤੋਂ ਖਲਾਸੀ ਪ੍ਰਾਪਤ ਹੋਣੀ ਹੈ। ਚੰਗਾ ਹੁੰਦਾ ਕਿ ਤੁਸੀਂ ਉਹ ਕਰਮ ਦੱਸਦੇ ਜਿਸ ਦੇ ਨਾਲ ਆਵਾਗਮਨ ਤੋਂ ਖਲਾਸੀ ਹੋਣੀ ਸੀ। ਫਿਰ ਕਹਿਣ ਲੱਗੇ, ਕਰਮ ਅਕਰਮ ਵਿਚਾਰੀਐ ਸੰਕਾ ਸੁਨ ਵੇਦ ਪੁਰਾਣ, ਸੰਸਾ ਸਦ ਹਿਰਦੈ ਵਸੈ ਕੋਨ ਹਿਰੈ ਅਭਿਮਾਨ। ਕਰਮ ਅਕਰਮ ਆਖਣ ਲੱਗੇ, ਤੁਸੀਂ ਇਹ ਜੀਵਨ ਜਾਚ ਦੱਸਦੇ ਹੋ। ਸੰਕਾ ਸੁਣ ਵੇਦ ਪੁਰਾਣ, ਵੇਦਾਂ ਤੇ ਸ਼ਾਸਤਰਾਂ ਨੂੰ ਸੁਣ ਕੇ ਸਗੋਂ ਹੋਰ ਹੋਰ ਸੰਕਾ ਵੱਧਦਾ ਹੈ। ਚੰਗਾ ਹੁੰਦਾ ਕਿ ਕੋਈ ਧਰਮ ਗ੍ਰੰਥ ਦਾ ਪਾਠ ਸੁਣਦੇ, ਉਹਦੇ ਵਿਚਾਰ ਸੁਣਦੇ, ਸਾਡੇ ਸੰਕੇ ਨਿਵਰਤ ਹੁੰਦੇ। ਪਰ ਇਹ ਤਾਂ ਪੰਡਤ ਜੀ ਹੋਰ ਹੋਰ ਸੰਕੇ ਵੱਧ ਰਹੇ ਹਨ। ਅਸੀਂ ਤਾਂ ਹੋਰ ਸੰਕਿਆਂ ਵਿੱਚ ਪੈ ਰਹੇ ਹਾਂ ਕਿ ਇਹੀ ਵਿਚਾਰ ਕਰੀਦੀ ਹੈ ਕਿ ਕਿਹੜਾ ਕਰਮ ਸ਼ਾਸਤਰਾਂ ਦੇ ਅਨੁਸਾਰ ਹੈ ਅਤੇ ਕਿਹੜਾ ਕਰਮ ਸ਼ਾਸਤਰਾਂ ਨੇ ਵਰਜਿਆ ਹੈ। ਕਰਮ ਅਕਰਮ ਵਿਚਾਰੀ ਹੈ, ਭਾਵ ਕਿ ਕਿਹੜਾ ਕਰਮ ਸ਼ਾਸਤਰਾਂ ਦੇ ਅਨੁਸਾਰ ਹੈ ਅਤੇ ਕਿਹੜਾ ਕਰਮ ਸ਼ਾਸਤਰਾਂ ਨੇ ਵਰਜਿਆ ਹੈ। ਕਹਿੰਦੇ ਇਹ ਤੇ ਗੱਲ ਸ਼ੰਕਾ ਹੋਰ ਵਧੀ ਜਾਂਦੀ ਹੈ। ਪੰਡਤ ਜੀ ਤੇ ਸ਼ੰਕਾ ਦੂਰ ਨਹੀਂ ਹੁੰਦੀ। ਤੇ ਇਹ ਵੀ ਗੱਲ ਕਹਿਣ ਲੱਗੇ, ਕਹਿੰਦੇ ਸੰਸਾ ਸਦ ਹਿਰਦੈ ਵਸੈ ਕੋਨ ਹਿਰੈ ਅਭਿਮਾਨ। ਆਖਣ ਲੱਗੇ, ਵਰਨ ਆਸ਼ਰਮਾਂ ਦੇ ਕਰਮ ਧਰਮ ਕਰਦਿਆਂ ਮਨੁੱਖ ਦੇ ਹਿਰਦੇ ਵਿੱਚ ਸੈਮ ਤਾਂ ਟਿਕਿਆ ਹੀ ਰਹਿੰਦਾ ਹੈ। ਪਤਾ ਨਹੀਂ ਜੀਵਨ ਸਫਲਾ ਹੋਵੇਗਾ ਕਿ ਨਹੀਂ ਹੋਵੇਗਾ। ਇਹ ਕਰਮ ਕਰਕੇ ਪਤਾ ਨਹੀਂ ਅਕਾਲ ਪੁਰਖ ਵਾਹਿਗੁਰੂ ਪ੍ਰਸੰਨ ਹੋਣਗੇ ਕਿ ਨਹੀਂ ਹੋਣਗੇ। ਵਾਹਿਗੁਰੂ ਜੀ ਦੀ ਪ੍ਰਸੰਨਤਾ ਜਿਹੜੀ ਹੈ ਉਹ ਮਿਲੇਗੀ ਕਿ ਨਹੀਂ ਮਿਲੇਗੀ। ਕਹਿੰਦੇ ਸੰਸਾ ਸਦ ਹਿਰਦੈ ਵਸੈ, ਇਹ ਸੈਮਤਾ ਰਹਿੰਦਾ ਹੀ ਹੈ। ਤੇ ਕਹਿਣ ਲੱਗੇ, ਕੋਨ ਹਿਰੈ ਅਭਿਮਾਨ। ਫਿਰ ਉਹ ਕਿਹੜਾ ਕਰਮ ਧਰਮ ਹੈ, ਜਾਂ ਤੁਸੀਂ ਉਹ ਕਿਹੜਾ ਕਰਮ ਧਰਮ ਦੱਸਦੇ ਹੋ ਜੋ ਮਨ ਦਾ ਹੰਕਾਰ ਦੂਰ ਕਰੇ। ਪਿਆਰ ਵਾਲਿਓ, ਗੱਲ ਤਾਂ ਇਹ ਹੈ, ਉਹ ਕਰਮ ਧਰਮ ਹੈ ਜਿਹੜਾ ਸਾਡੇ ਹੰਕਾਰ ਨੂੰ ਦੂਰ ਕਰ ਦੇਵੇ। ਧਰਮ ਹੀ ਉਹ ਹੈ ਜਿਹੜਾ ਸਾਡੇ ਹਿਰਦੇ ਨੂੰ ਨਿਰਮਲ ਕਰ ਦੇਵੇ। ਧਰਮ ਹੀ ਉਹ ਹੈ ਜਿਹੜਾ ਸਾਡੇ ਅੰਦਰ ਨੂੰ ਸ਼ਾਂਤ ਕਰ ਦੇਵੇ। ਤੇ ਭਗਤ ਜੀ ਆਖ ਰਹੇ ਨੇ, ਕਹਿੰਦੇ ਇਹ ਕਰਮ ਕਰਦਿਆਂ ਤਾਂ ਸੈਮ ਟਿਕਿਆ ਹੀ ਰਹਿੰਦਾ ਹੈ। ਉਹ ਕਿਹੜਾ ਧਰਮ ਹੈ ਜਿਹੜਾ ਤੁਸੀਂ ਦੱਸਦੇ ਹੋ ਜਿਹਦੇ ਕਰਦਿਆਂ ਮਨ ਦਾ ਹੰਕਾਰ ਦੂਰ ਹੋ ਜਾਏ। ਉਹ ਕਹਿਣ ਦਾ ਮਕਸਦ ਹੈ ਭਗਤ ਰਵਿਦਾਸ ਜੀ ਦਾ ਵੀ ਤੁਹਾਡਾ ਕੋਈ ਕਰਮ ਐਸਾ ਮੈਨੂੰ ਦਿਖਾਈ ਨਹੀਂ ਦੇ ਰਿਹਾ, ਦਿਸ ਨਹੀਂ ਰਿਹਾ, ਜਿਸ ਕਰਮ ਧਰਮ ਨੂੰ ਕਰਕੇ ਮਨ ਦਾ ਹੰਕਾਰ ਦੂਰ ਹੁੰਦਾ ਹੋਵੇ। ਗੁਰੂ ਨਾਨਕ ਪਾਤਸ਼ਾਹ ਨੇ ਕਿਉਂ ਪੰਡਿਤ ਹਰਦਿਆਲ ਨੂੰ ਰੋਕਿਆ ਸੀ? ਜਦੋਂ ਜਨੇਊ ਪਾਉਣ ਲੱਗੇ ਨਾ, ਕਹਿਣ ਲੱਗੇ ਜਨੇਊ ਤੇ ਪਾਵਾਂਗਾ, ਪਰ ਇੱਕ ਗੱਲ ਦੱਸੋ ਕਿ ਇਸ ਜਨੇਊ ਨੂੰ ਪਾਉਣ ਦੇ ਨਾਲ ਕੀ ਹੋਵੇਗਾ? ਕੀ ਮੈਂ ਧਰਮੀ ਬਣ ਜਾਵਾਂਗਾ? ਕਿ ਇਸ ਨੂੰ ਪਾਉਣ ਦੇ ਨਾਲ ਮੇਰੇ ਅੰਦਰ ਦਇਆ ਦਾ ਜਨਮ ਹੋਏਗਾ? ਤਾਂ ਹੀ ਗੁਰੂ ਨਾਨਕ ਪਾਤਸ਼ਾਹ ਨੇ ਵਚਨ ਕੀਤੇ ਸਨ। ਕਹਿੰਦੇ ਨੇ, ਜੀਵਨ ਦੇ ਵਿੱਚ ਇਹ ਜਨੇਊ ਤਾਂ ਹੀ ਸਕਾਰਤ ਹੈ ਜੇ ਇਸ ਦੇ ਅੰਦਰੋਂ ਦਇਆ ਦਾ ਪ੍ਰਗਟਾਵਾ ਹੋ। ਜੇ ਦਇਆ ਨਹੀਂ ਹੁੰਦੀ ਉਪਜਦੀ, ਜੇ ਸੰਤੋਖ ਦਾ ਜਨਮ ਨਹੀਂ ਹੁੰਦਾ, ਜੇ ਉੱਚਾ ਆਚਰਨ ਨਹੀਂ ਬਣਦਾ, ਜੇ ਸੱਚ ਜੀਵਨ 'ਚ ਨਹੀਂ ਆਉਂਦਾ, ਤੇ ਫਿਰ ਇਹ ਜਨੇਊ ਮੈਂ ਧਾਰਨ ਨਹੀਂ ਕਰਨਾ। ਦਇਆ ਕਪਾਹ
ਸੰਤੋਖ ਸੂਤ ਜਤ ਗੰਡੀ ਸਤਵਟ, ਇਹ ਜਨੇਊ ਜੀ ਕਾ ਹੈ ਹੀ ਤਾਂ ਪਾਂਡੇ ਕਤ। ਜੇ ਤੁਹਾਡੇ ਕੋਲ ਹੈ ਤਾਂ ਮੇਰੇ ਗਲੇ 'ਚ ਪਾ ਦਿਓ, ਮੈਨੂੰ ਪ੍ਰਵਾਨ ਹੈ। ਕਿਉਂਕਿ ਸਾਡੇ ਜੀਵਨ ਦੇ ਅੰਦਰ ਅਸਲ ਗੱਲ ਤਾਂ ਇਹ ਹੈ ਕਿ ਜਿਹੜਾ ਵੀ ਕਰਮ ਧਰਮ ਕਰੀਏ, ਉਹ ਕਰਮ ਧਰਮ ਸਾਡੇ ਹੰਕਾਰ ਨੂੰ ਦੂਰ ਕਰਦਾ ਹੋਵੇ, ਸਾਡੇ ਅੰਦਰ ਦਇਆ ਦਾ ਜਨਮ ਹੋਵੇ, ਸੰਤੋਖ ਦਾ ਜਨਮ ਹੋਵੇ, ਸਾਡੇ ਅੰਦਰ ਸੱਚ ਪ੍ਰਗਟ ਹੋਵੇ ਅਤੇ ਉੱਚਾ ਆਚਰਨ ਸਾਨੂੰ ਪ੍ਰਾਪਤ ਹੋਵੇ। ਜੇ ਧਰਮ ਕਰਮ ਕਰ ਰਹੇ ਪਰ ਇਹ ਚਾਰੇ ਚੀਜ਼ਾਂ ਸਾਡੇ ਕੋਲ ਨਹੀਂ, ਮਾਫ਼ ਕਰਨਾ, ਫਿਰ ਕਿਤੇ ਨਾ ਕਿਤੇ ਜਾਂ ਤਾਂ ਧਰਮ ਦੇ ਨੇਮ ਠੀਕ ਨਹੀਂ ਜਾਂ ਕਰਨ ਵਾਲਾ ਠੀਕ ਨਹੀਂ ਕਰ ਰਿਹਾ। ਦੋਨਾਂ ਵਿੱਚੋਂ ਇੱਕ ਗੱਲ ਹੋਏਗੀ। ਜਾਂ ਤਾਂ ਉਹ ਧਰਮ ਦੇ ਨੇਮ ਠੀਕ ਨਹੀਂ ਹਨ, ਜਾਂ ਫਿਰ ਕਰਨ ਵਾਲਾ ਉਸ ਨਾਲ ਨੂੰ ਸਹੀ ਤਰੀਕੇ ਨਾਲ ਨਹੀਂ ਕਰ ਰਿਹਾ। ਜਿਵੇਂ ਡਾਕਟਰ ਬੜੀ ਚੰਗੀ ਦਵਾਈ ਦੇਵੇ ਪਰ ਖਾਣ ਵਾਲਾ ਸਹੀ ਤਰੀਕੇ ਨਾਲ ਨਾ ਖਾਵੇ, ਬੰਦਾ ਠੀਕ ਨਹੀਂ ਹੁੰਦਾ। ਬੰਦਾ ਤਰਕ ਕਰੇਗਾ ਕਿ ਫਲਾਣਾ MBBS ਡਾਕਟਰ ਹੈ, ਬੜਾ ਪੜ੍ਹਿਆ ਲਿਖਿਆ, ਸਾਰਿਆਂ ਨੂੰ ਆਰਾਮ ਹੋ ਜਾਂਦਾ ਪਰ ਮੈਨੂੰ ਨਹੀਂ ਹੋ ਰਿਹਾ। ਫਿਰ ਸਮਝ ਲੈਣਾ ਵੀ ਜਿਹੜਾ ਬੰਦਾ ਦਵਾਈ ਖਾ ਰਿਹਾ ਉਹ ਜਾਂ ਤਾਂ ਸਮਾਂ ਸਿਰ ਨਹੀਂ ਖਾ ਰਿਹਾ ਜਾਂ ਪਰਹੇਜ਼ ਨਹੀਂ ਕਰ ਰਿਹਾ। ਦਵਾਈ ਠੀਕ ਹੈ। ਔਰ ਕਈ ਵਾਰੀ ਦੇਖੀਦਾ ਕਿ ਡਾਕਟਰ ਦਵਾ ਦੇਖ ਕੇ, ਪਰਚਾ ਵੇਖ ਕੇ ਕਹਿੰਦਾ ਵੀ ਜਿਸ ਡਾਕਟਰ ਨੇ ਦਵਾ ਲਿਖੀ ਹੈ ਬਿਲਕੁਲ ਠੀਕ ਹੈ, ਬਹੁਤ ਦੁਰਸਤ ਦਵਾਈ ਲਿਖੀ ਹੈ, ਬਿਲਕੁਲ ਠੀਕ ਦਵਾਈ ਹੈ, ਇਹੀ ਚਲੇਗੀ। ਪਰ ਉਹ ਬੰਦਾ ਕਹਿੰਦਾ ਮੈਂ ਠੀਕ ਨਹੀਂ ਹੋ ਰਿਹਾ। ਫਿਰ ਡਾਕਟਰ ਪੁੱਛਦਾ ਤੂੰ ਪਰਹੇਜ਼ ਕੀ ਕਰਨਾ ਹੈ, ਕੀ ਖਾਂਦਾ ਹੈ, ਕੀ ਨਹੀਂ ਖਾਂਦਾ, ਕੀ ਕੰਮ ਕਰਦਾ ਹੈ। ਅਤੇ ਜਦੋਂ ਉਹ ਬੰਦਾ ਖੁੱਲ੍ਹ ਕੇ ਦੱਸਦਾ ਹੈ ਮੈਂ ਇਸ ਤਰ੍ਹਾਂ ਦਵਾਈ ਖਾ ਰਿਹਾ ਹਾਂ, ਇਹ ਚੀਜ਼ਾਂ ਮੈਂ ਭੋਜਨ ਵਿੱਚ ਛਕ ਰਿਹਾ ਹਾਂ, ਅਤੇ ਉਹ ਡਾਕਟਰ ਦੇਖ ਲੈਂਦਾ ਵੀ ਇਹ ਬੰਦਾ ਪਰਹੇਜ਼ ਨਹੀਂ ਕਰ ਰਿਹਾ, ਬਦ ਪਰਹੇਜ਼ੀ ਕਰਕੇ ਦਵਾਈ ਕੰਮ ਨਹੀਂ ਕਰ ਰਹੀ। ਇਸ ਕਰਕੇ ਭਗਤ ਰਵਿਦਾਸ ਜੀ ਇੱਕ ਸਵਾਲ ਖੜਾ ਕਰਦੇ ਹਨ। ਠੀਕ ਹੈ ਪੰਡਿਤ ਜੀ, ਵਰਨ ਆਸ਼ਰਮਾਂ ਦੇ ਕਰਮ ਧਰਮ ਕਰਦਿਆਂ ਮਨੁੱਖ ਦੇ ਹਿਰਦੇ ਵਿੱਚ ਸਹਿਮਤਾ ਟਿਕਿਆ ਹੀ ਰਹਿੰਦਾ ਹੈ, ਅਤੇ ਫਿਰ ਕਿਹੜਾ ਧਰਮ ਹੈ ਤੁਸੀਂ ਦੱਸੋ ਜਿਹਦੇ ਨਾਲ ਮਨ ਦਾ ਹੰਕਾਰ ਦੂਰ ਹੋ ਜਾਏ। ਜੇ ਇਹਨਾਂ ਕਰਮ ਧਰਮਾਂ ਨੂੰ ਕਰਕੇ, ਇਹਨਾਂ ਕਰਮ ਕਾਂਡਾਂ ਨੂੰ ਕਰਕੇ, ਇਹਨਾਂ ਰੀਤੀ ਰਿਵਾਜ਼ਾਂ ਨੂੰ ਕਰਕੇ ਮਨ ਦਾ ਹੰਕਾਰ ਦੂਰ ਨਹੀਂ ਹੋਇਆ ਅਤੇ ਉਹ ਕਿਹੜਾ ਧਰਮ ਹੈ ਤੁਸੀਂ ਮੈਨੂੰ ਦੱਸ ਤਾਂ ਦਿਓ। ਕਿੱਦਾਂ ਦੀ ਵਿਚਾਰ ਚਰਚਾ ਚੱਲ ਰਹੀ ਹੈ ਸ਼ਬਦ ਦੇ ਰਾਹੀਂ। ਫਿਰ ਅਗਲੇ ਪਦੇ ਵਿੱਚ ਕਹਿ ਰਹੇ ਨੇ, ਇਹ ਤੀਜਾ ਪਦਾ ਸੀ, ਚੌਥੇ ਪਦੇ ਕਹਿੰਦੇ ਬਾਹਰ ਉਦਕ ਪਖਾਰੀਐ ਘਟ ਭੀਤਰ ਵਿਵਿਧ ਵਿਕਾਰ, ਸੁਧ ਕਵਨ ਪਰ ਹੋਏ ਵੋ ਸੁਚ ਕੁੰਚਰ ਵਸ ਵਿਵਹਾਰ। ਇਹ ਗੱਲਾਂ ਪੰਡਤ ਜੀ ਦੇ ਨਾਲ ਸਾਂਝੀਆਂ ਕੀਤੀਆਂ ਪਹਿਲੇ 4 ਪਦਿਆਂ ਦੇ ਵਿੱਚ। ਆਖਣ ਲੱਗੇ ਹੇ ਪੰਡਤ ਜੀ, ਤੁਸੀਂ ਤੀਰਥ ਇਸ਼ਨਾਨ ਦੇ ਜ਼ੋਰ ਦਿੰਦੇ ਹੋ, ਤੀਰਥ ਇਸ਼ਨਾਨ ਦੇ ਉੱਤੇ ਨਾ ਤੁਸੀਂ ਜ਼ੋਰ ਦਿੰਦੇ ਹੋ, ਪਰ ਤੀਰਥਾਂ 'ਤੇ ਜਾ ਕੇ ਤਾਂ ਸਰੀਰ ਦਾ ਬਾਹਰਲਾ ਪਾਸਾ ਪਾਣੀ ਨਾਲ ਧੋਈਦਾ ਹੈ। ਕਿਉਂਕਿ ਤੀਰਥਾਂ 'ਤੇ ਕੋਈ ਜਾਂਦਾ ਹੈ, ਤੁਸੀਂ ਤੀਰਥ ਇਸ਼ਨਾਨ ਦੇ ਉੱਤੇ ਜ਼ੋਰ ਦਿੰਦੇ ਹੋ, ਪਰ ਤੀਰਥਾਂ 'ਤੇ ਜਾ ਕੇ ਤਾਂ ਸਰੀਰ ਦਾ ਬਾਹਰਲਾ ਪਾਸਾ ਧੋਈਦਾ, ਸਾਫ਼ ਕਰੀਦਾ। ਬਾਹਰ ਉਦਕ ਪਖਾਰੀਐ ਘਟ ਭੀਤਰ ਵਿਵਿਧ ਵਿਕਾਰ। ਪਰ ਆਖਣ ਲੱਗੇ ਹਿਰਦੇ ਵਿੱਚ ਕਈ ਕਿਸਮ ਦੇ ਵਿਕਾਰ ਟਿਕੇ ਹੀ ਰਹਿੰਦੇ ਹਨ। ਜਿਹੜਾ ਬੰਦਾ ਤੀਰਥ 'ਤੇ ਜਾ ਕੇ ਇਸ਼ਨਾਨ ਕਰਦਾ ਹੈ, ਸਰੀਰ ਨੂੰ ਨਿਰਮਲ ਜਲ ਦੇ ਨਾਲ ਧੋ ਲੈਂਦਾ ਹੈ, ਪਰ ਅੰਦਰ ਜਿਹੜੇ ਵਿਕਾਰ ਸਨ ਉਹ ਵਿਕਾਰ ਉਸ ਤਰ੍ਹਾਂ ਹੀ ਟਿਕੇ ਰਹਿੰਦੇ ਹਨ। ਕਿਉਂਕਿ ਪਾਣੀ ਦਾ ਕੰਮ ਅੰਦਰ ਦੇ ਮਨ ਦੇ ਜਿਹੜੇ ਫੁਰਨੇ ਨੇ, ਮਨ ਦੇ ਜਿਹੜੇ ਵਿਕਾਰ ਨੇ, ਪਾਣੀ ਉਹਨਾਂ ਨੂੰ ਕਦੇ ਨਹੀਂ ਧੋ ਸਕਦਾ। ਜਿਹੜੇ ਮਨ ਦੇ ਅੰਦਰ ਫੁਰਨੇ ਨੇ, ਮਨ ਦੇ ਅੰਦਰ ਵਿਚਾਰ ਚੱਲ ਰਹੇ ਨੇ, ਉਹਨਾਂ ਨੂੰ ਪਾਣੀ ਨਹੀਂ ਧੋ ਸਕਦਾ। ਪਾਣੀ ਦਾ ਕੰਮ ਕੇਵਲ ਸਰੀਰ ਨੂੰ ਧੋਣਾ ਹੈ। ਇਸ ਕਰਕੇ ਇੱਕ ਗੱਲ ਕਰ ਰਹੇ ਨੇ, ਤੁਸੀਂ ਤੀਰਥ ਇਸ਼ਨਾਨ ਦੇ ਉੱਤੇ ਜ਼ੋਰ ਦਿੰਦੇ ਹੋ, ਪਰ ਤੀਰਥਾਂ 'ਤੇ ਜਾ ਕੇ ਤਾਂ ਸਰੀਰ ਦਾ ਬਾਹਰਲਾ ਪਾਸਾ ਧੋਈਦਾ ਹੈ। ਹਿਰਦੇ ਵਿੱਚ ਕਈ ਕਿਸਮ ਦੇ ਵਿਕਾਰ ਟਿਕੇ ਹੀ ਰਹਿੰਦੇ ਨੇ। ਉੱਥੇ ਇਸ਼ਨਾਨ ਕਰਨ ਤੋਂ ਬਾਅਦ ਵੀ ਵਿਕਾਰ ਹਿਰਦੇ ਵਿੱਚੋਂ ਪਾਸੇ ਨਹੀਂ ਹੁੰਦੇ। ਵੀ ਉੱਥੇ ਇਸ਼ਨਾਨ ਕਰਕੇ ਜਾਂ ਤਾਂ ਉਹ ਵਿਕਾਰ ਪਾਸੇ ਹੋ ਜਾਣ ਨਾ ਜੀਵਨ 'ਚੋਂ, ਪਰ ਇਹ ਵੀ ਗੱਲ ਨਹੀਂ। ਇਸ ਕਰਕੇ ਆਖਣ ਲੱਗੇ, ਕਹਿੰਦੇ ਸੁਧ ਕਵਨ ਪਰ ਹੋਏ ਵੋ ਸੁਚ ਕੁੰਚਰ ਵਿਦ ਵਿਵਹਾਰ।
ਆਖਣ ਲੱਗੇ ਇਸ ਤੀਰਥ ਇਸ਼ਨਾਨ ਨਾਲ ਕੌਣ ਪਵਿੱਤਰ ਹੋ ਸਕਦਾ ਹੈ? ਕਹਿੰਦੇ ਇਹ ਸੁਚਤਾ ਇਹੋ ਜਿਹੀ ਹੁੰਦੀ ਹੈ ਜਿਵੇਂ ਹਾਥੀ ਦਾ ਇਸ਼ਨਾਨ ਕਰਮ। ਹੁਣ ਇੱਥੇ ਤੱਕ ਸ਼ਬਦ ਵਿੱਚ ਭਗਤ ਰਵਿਦਾਸ ਜੀ ਉਸ ਵੇਲੇ ਦੇ ਧਾਰਮਿਕ ਆਗੂ ਨੂੰ ਸੰਬੋਧਨ ਕਰਦਿਆਂ ਆਖ ਰਹੇ ਹਨ, ਸੰਬੋਧਨ ਕਰ ਰਹੇ ਹਨ ਕਿ ਜਿਹੜਾ ਤੁਸੀਂ ਕਰਮ ਧਰਮ ਦੱਸਦੇ ਹੋ, ਕੀ ਇਸ ਦੇ ਨਾਲ ਪਾਰ ਹੋਇਆ ਜਾ ਸਕਦਾ? ਮੈਨੂੰ ਉਹ ਢੰਗ ਤੁਸੀਂ ਦੱਸਿਆ ਨਹੀਂ ਹੈ, ਉਹ ਕੰਮ ਮੈਨੂੰ ਸਮਝਾ ਕੇ ਨਹੀਂ ਦੱਸਿਆ ਜਿਹੜੇ ਕੰਮ ਦੀ ਸਹਾਇਤਾ ਦੇ ਨਾਲ ਮਨੁੱਖਾ ਜੀਵਨ ਇਹ ਮੁਕਤ ਹੋ ਜਾਏ, ਜਨਮ ਮਰਨ ਦਾ ਗੇੜ ਕੱਟਿਆ ਜਾਏ, ਮੇਰੀ ਖਲਾਸੀ ਹੋ ਸਕੇ, ਪਰ ਉਹ ਤਾਂ ਕੋਈ ਕਰਮ ਤੁਸੀਂ ਦੱਸਿਆ ਹੀ ਨਹੀਂ। ਹੁਣ ਇਹਨਾਂ ਚਾਰ ਭਦਿਆਂ ਦੇ ਅੰਦਰ ਭਗਤ ਰਵਿਦਾਸ ਜੀ ਜੋ ਮਿੱਥੇ ਹੋਏ ਧਾਰਮਿਕ ਕਰਮ ਧਰਮ ਮਨੁੱਖਤਾ ਕਰ ਰਹੀ ਸੀ ਉਹਨਾਂ ਦਾ ਜ਼ਿਕਰਾ ਕੀਤਾ ਅਤੇ ਪੰਡਤ ਜੀ ਨਾਲ ਗੱਲਾਂ ਕਰਦੇ ਹੋਏ ਸੰਬੋਧਨ ਰੂਪ 'ਚ ਉਹਨਾਂ ਨੂੰ ਪੁੱਛ ਰਹੇ ਨੇ ਕਿ ਉਹ ਕੰਮ ਦੱਸੋ ਜਿਸ ਕੰਮ ਦੇ ਕਰਨ ਨਾਲ ਮੁਕਤੀ ਹੋ ਸਕਦੀ ਹੈ। ਹੁਣ ਜਿੱਥੇ ਤੱਕ ਦਾਸ ਨੇ ਸ਼ਬਦ ਨੂੰ ਗਹੁ ਨਾਲ ਪੜ੍ਹਿਆ, ਵਿਚਾਰਿਆ, ਇਹ ਗੱਲ ਸਮਝ ਆਈ ਕਿ ਪੰਡਤ ਜੀ ਕੋਲ ਇਸ ਗੱਲਾਂ ਦਾ ਕੋਈ ਜਵਾਬ ਨਹੀਂ ਹੈ, ਧਾਰਮਿਕ ਆਗੂ ਕੋਲ ਕੋਈ ਜਵਾਬ ਨਹੀਂ ਇਸ ਗੱਲ ਦਾ। ਫਿਰ ਅੱਗੇ ਫਿਰ ਭਗਤ ਰਵਿਦਾਸ ਜੀ ਜਦੋਂ ਕੋਈ ਜਵਾਬ ਨਹੀਂ ਮਿਲਦਾ ਤੇ ਉਹ ਆਪਣੀ ਬਾਣੀ ਦੇ ਰਾਹੀਂ, ਆਪਣੀ ਵਿਚਾਰਧਾਰਾ ਰਾਹੀਂ ਜਵਾਬ ਦਿੰਦੇ ਹਨ। ਆਖਣ ਲੱਗੇ, ਕਹਿੰਦੇ ਪਰਮ ਪਰਸ ਨਹੀਂ ਰਬ ਪ੍ਰਗਾਸ ਰਜਨੀ ਜਥਾਗਤ, ਇਹਨੂੰ ਜਥਾਗਤ ਇਕੱਠਾ ਪਾਠ ਰੱਖਣਾ। ਜਾਨਤ ਸਭ ਸੰਸਾਰ, ਕੱਲ ਦਾਸ ਨੇ ਵੀ ਵਿਸਰਾਮ ਗਲਤ ਕੀਤਾ ਸੀ। ਪਾਠ ਨਾ ਕਈ ਵਾਰੀ ਜਦੋਂ ਆਮ ਸੁਣਦੇ ਹਾਂ, ਜੋ ਸੁਣਦੇ ਹਾਂ ਅਤੇ ਉਹੀ ਕੰਨਾਂ 'ਚ ਪੈ ਜਾਂਦਾ, ਪਰ ਜਦੋਂ ਉਸ ਨੂੰ ਚੰਗੀ ਤਰ੍ਹਾਂ ਵਾਚਦੇ ਹਾਂ, ਵਿਚਾਰਦੇ ਹਾਂ, ਬਾਰ-ਬਾਰ ਸੋਚਦੇ ਹਾਂ ਕਿ ਇਸ ਦੇ ਅਰਥ ਕੀ ਬਣ ਰਹੇ ਹਨ, ਉੱਥੇ ਜਾ ਕੇ ਪਤਾ ਲੱਗਦਾ ਵੀ ਇਸ ਦੇ ਵਿਸਰਾਮ ਕਿਤੇ ਹੋਰ ਲੱਗਣਗੇ ਤਾਂ ਅਰਥ ਕਲੀਅਰ ਹੋਣਗੇ। ਆਮ ਜਿਹੜੇ ਵਿਸਰਾਮ ਲੋਕ ਲਾਉਂਦੇ ਨੇ, ਰਬ ਪ੍ਰਗਾਸ ਰਜਨੀ ਜਥਾ, ਇਹ ਪੜ੍ਹਦੇ ਨੇ ਗਤ ਜਾਨਤ ਸਭ ਸੰਸਾਰ, ਪਰ ਗਤ ਅੱਖਰ ਪਹਿਲੇ ਹੀ ਤੁਕ ਦੇ ਨਾਲ ਜੁੜਦਾ ਹੈ। ਇਹਨੂੰ ਪਾਠ ਕਰਾਂਗੇ, ਰਬ ਪ੍ਰਗਾਸ ਰਜਨੀ ਜਥਾ ਗਤ ਜਾਨਤ ਸਭ ਸੰਸਾਰ। ਪਰਮ ਪਾਰਸ ਮਾਨੂ ਤਾਬੋ ਛੋਏ ਕਨਕ ਹੋਤ ਨਹੀਂ ਬਾਰ। ਪਰ ਆਖਣ ਲੱਗੇ, ਹੇ ਪੰਡਤ ਜੀ, ਸਾਰਾ ਸੰਸਾਰ ਇਹ ਗੱਲ ਜਾਣਦਾ ਹੈ। ਕੀ ਜਾਣਦਾ ਹੈ? ਰਬ ਪ੍ਰਗਾਸ ਰਜਨੀ ਜਥਾਗਤ ਜਾਨਤ ਸਭ ਸੰਸਾਰ। ਸਭ ਦਾ ਅਰਥ ਹੈ ਸਾਰਾ ਸੰਸਾਰ, ਜਾਣਨ ਦਾ ਅਰਥ ਹੈ ਜਾਣਦਾ ਹੈ। ਕੀ ਜਾਣਦਾ ਹੈ? ਕਹਿੰਦੇ ਸੂਰਜ ਦੇ ਚੜ੍ਹਦਿਆਂ ਕਿਵੇਂ ਰਾਤ ਦਾ ਹਨੇਰਾ ਦੂਰ ਹੋ ਜਾਂਦਾ ਹੈ। ਰੱਬ ਕਹਿੰਦੇ ਨੇ ਸੂਰਜ ਨੂੰ, ਪ੍ਰਕਾਸ਼ ਦਾ ਅਰਥ ਹੈ ਰੋਸ਼ਨੀ, ਰਜਨੀ ਦਾ ਅਰਥ ਹੈ ਰਾਤ, ਜਥਾਗਤ ਦਾ ਅਰਥ ਹੁੰਦਾ ਹੈ ਇਹ ਸਾਰਾ ਜਿਹੜਾ ਹਨੇਰਾ ਹੈ ਇਹ ਦੂਰ ਹੋ ਜਾਂਦਾ। ਗਤ ਦਾ ਅਰਥ ਹੈ ਗਤੀ ਕਰ ਜਾਂਦਾ ਹੈ। ਗਤ ਦਾ ਅਰਥ ਕੀ ਹੈ ਜੀ? ਗਤੀ ਕਰ ਜਾਣਾ, ਚਲੇ ਜਾਣਾ। ਰਾਤ ਦਾ ਹਨੇਰਾ ਚਲਾ ਜਾਂਦਾ ਹੈ। ਆਖਣ ਲੱਗੇ ਇਹ ਸਾਰੇ ਸੰਸਾਰ ਨੂੰ ਇਹ ਗੱਲ ਜਾਣਦਾ ਹੈ। ਛੋਟੇ ਬੱਚੇ ਨੂੰ ਵੀ ਪੁੱਛੋ, ਉਹ ਵੀ ਦੱਸ ਦੇਗਾ ਕਿ ਰਾਤ ਦਾ ਹਨੇਰਾ ਕਿਉਂ ਅਲੋਪ ਹੋ ਗਿਆ, ਕਿੱਥੇ ਗਿਆ। ਕਿਉਂਕਿ ਹਨੇਰਾ ਹੈ ਹੀ ਰੋਸ਼ਨੀ ਦੀ ਅਣਹੋਂਦ ਹੈ। ਜਿੱਥੇ ਪ੍ਰਕਾਸ਼ ਨਹੀਂ, ਜਿੱਥੇ ਚਾਨਣ ਨਹੀਂ, ਉੱਥੇ ਹਨੇਰਾ ਹੈ। ਜਿੱਥੇ ਪ੍ਰਕਾਸ਼ ਹੋ ਜਾਏ, ਚਾਨਣ ਹੋ ਜਾਏ, ਉੱਥੇ ਹਨੇਰਾ ਨਹੀਂ ਰਹਿੰਦਾ। ਭਗਤ ਰਵਿਦਾਸ ਜੀ ਕਹਿੰਦੇ ਇਹ ਗੱਲ ਸਾਰਾ ਸੰਸਾਰ ਜਾਣਦਾ ਹੈ ਕਿ ਸੂਰਜ ਦੇ ਚੜ੍ਹਦਿਆਂ ਕਿਵੇਂ ਰਾਤ ਦਾ ਹਨੇਰਾ ਦੂਰ ਹੋ ਜਾਂਦਾ ਹੈ। ਫਿਰ ਕਹਿਣ ਲੱਗੇ, ਪਾਰਸ ਮਾਨੂ ਤਾਬੋ ਛੋਏ ਕਨਕ ਹੋਤ ਨਹੀਂ ਭਾਰ। ਇਹ ਗੱਲ ਵੀ ਚੇਤੇ ਰੱਖਣ ਵਾਲੀ ਹੈ ਕਿ ਤਾਂਬੇ ਦੇ ਪਾਰਸ ਨਾਲ ਛੋਇਆਂ ਉਸਦੇ ਸੋਨਾ ਬਣਨ ਵਿੱਚ ਚਿਰ ਨਹੀਂ ਲੱਗਦਾ, ਦੇਰ ਨਹੀਂ ਲੱਗਦੀ। ਕਿਉਂਕਿ ਪਾਰਸ ਕਹਿੰਦੇ ਨੇ 8 ਧਾਤਾਂ ਨੂੰ ਸੋਨਾ ਬਣਾ ਦਿੰਦਾ ਹੈ। 8 ਧਾਤਾਂ ਨੂੰ ਕਹਿੰਦੇ ਜਿਹੜਾ ਤਾਂਬਾ ਹੈ, ਉਸ ਤਾਂਬੇ ਦੇ ਕਹਿੰਦੇ ਪਾਰਸ ਨਾਲ ਛੋਇਆਂ ਉਸ ਨੂੰ ਸੋਨਾ ਬਣਨ 'ਚ ਦੇਰ ਨਹੀਂ ਲੱਗਦੀ। ਔਰ ਗੁਰੂ ਸਾਹਿਬ ਦੇ ਬਚਨ ਵੀ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਆਖਦੇ ਨੇ, ਗੁਰ ਪਾਰਸ ਹਮ ਲੋਹੋ ਮਿਲ ਕੰਚਨ ਹੋਆ ਰਾਮ। ਗੁਰੂ ਪਾਰਸ ਹੈ, ਅਸੀਂ ਲੋਹੇ ਦੀ ਤਰ੍ਹਾਂ ਹਾਂ,
ਅਸੀਂ ਤਾਂਬੇ ਦੀ ਤਰ੍ਹਾਂ ਹਾਂ। ਵੱਖ ਵੱਖ ਜਿਹੜੀਆਂ ਧਾਤੂਆਂ ਨੇ ਨਾ, ਜਦੋਂ ਪਾਰਸ ਨਾਲ ਭੇੜਦੀਆਂ ਮਿਲਦੀਆਂ ਤੇ ਉਹ 8 ਧਾਤਾਂ ਸੋਨਾ ਬਣ ਜਾਂਦੀਆਂ। ਆਖਣ ਲੱਗੇ, ਕਹਿੰਦੇ ਇਹ ਗੱਲ ਵੀ ਚੇਤੇ ਰੱਖਣ ਵਾਲੀ ਇਹ ਪੰਡਤ ਜੀ ਕਿ ਤਾਂਬੇ ਦੇ ਪਾਰਸ ਨਾਲ ਛੋਇਆ ਉਸ ਨੂੰ ਸੋਨਾ ਬਣਨ 'ਚ ਕੋਈ ਚਿਰ ਨਹੀਂ ਲੱਗਦਾ। ਤੇ ਸੱਚ ਜਾਣਿਓ, ਜੇ ਕੋਈ ਸਿੱਖ ਗੁਰੂ ਨਾਲ ਭੇਟ ਜਾਏ ਤੇ ਉਸ ਦਾ ਹਿਰਦਾ ਵੀ ਸੋਨੇ ਵਰਗਾ ਪਵਿੱਤਰ ਹੋਣ ਲੱਗਿਆ ਦੇਰ ਨਹੀਂ ਲੱਗਦੀ। ਤਾਂ ਹੀ ਗੁਰੂ ਨਾਨਕ ਪਾਤਸ਼ਾਹ ਆਖਦੇ ਨੇ, ਬਲਿਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਕੋਈ ਸਮਾਂ ਨਹੀਂ ਲੱਗਦਾ, ਦੇਰੀ ਨਹੀਂ ਲੱਗਦੀ। ਇਸ ਕਰਕੇ ਭਗਤ ਰਵਿਦਾਸ ਜੀ ਸਾਨੂੰ ਇਹ ਗੱਲ ਸਮਝਾਉਣਾ ਚਾਹੁੰਦੇ ਹਨ ਕਿ ਅਸੀਂ ਆਪਣੇ ਜੀਵਨ ਦੇ ਵਿੱਚ ਕੀ ਕਰੀਏ ਕਿ ਸਾਡਾ ਜੀਵਨ ਸਫਲ ਹੋ ਜਾਏ, ਅਸੀਂ ਪਾਰ ਹੋ ਜਾਈਏ। ਫਿਰ ਅਗਲੇ ਵਚਨ ਕਰਦੇ ਹਨ, ਪਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲਿਲਾਟ। ਆਖਣ ਲੱਗੇ, ਇਸੇ ਤਰ੍ਹਾਂ ਹੀ ਜੇ ਪੂਰਬਲੇ ਭਾਗ ਜਾਗਣ ਤਾਂ ਸਤਿਗੁਰ ਮਿਲ ਪੈਂਦਾ ਹੈ। ਪੂਰਬ ਲਿਖਤ ਲਾਟ, ਜੇ ਪੂਰਬਲੇ ਭਾਗ ਜਾਗਣ ਤਾਂ ਕੀ ਹੁੰਦਾ ਹੈ? ਪਰਮ ਪਰਸ ਗੁਰ ਭੇਟੀਐ, ਤਾਂ ਸਤਿਗੁਰ ਮਿਲ ਪੈਂਦਾ ਹੈ, ਜੋ ਸਭ ਪਾਰਸਾਂ ਤੋਂ ਵੀ ਵਧੀਆ ਪਾਰਸ ਹੈ, ਜਿਹੜਾ ਸ੍ਰੇਸ਼ਟ ਪਾਰਸ ਹੈ। ਇਹ ਦੇਖੋ ਨਾ, ਉਹ ਪਾਰਸ ਤਾਂ 8 ਧਾਤਾਂ ਨੂੰ ਸੋਨਾ ਬਣਾ ਸਕਦਾ ਹੈ, ਪਰ ਜਿਹੜਾ ਗੁਰੂ ਪਾਰਸ ਹੈ ਨਾ, ਉਹ ਤਾਂ ਸੱਚ ਜਾਣਨਾ ਪਾਰਸ ਹੀ ਬਣਾ ਦਿੰਦਾ ਹੈ। ਗੁਰੂ ਨਾਨਕ ਦੀ ਛੋਹ ਪ੍ਰਾਪਤ ਹੋਈ ਭਾਈ ਲਹਿਣਾ ਜੀ ਨੂੰ ਆਪਣੇ ਵਰਗਾ ਹੀ ਬਣਾ ਲਿਆ, ਆਪਣੇ ਵਰਗਾ ਹੀ ਬਣਾ ਲਿਆ। ਛੋਹ ਪ੍ਰਾਪਤ ਹੋਈ ਭਾਈ ਲਹਿਣਾ ਜੀ ਨੂੰ ਆਪਣੇ ਵਰਗਾ ਬਣਾ ਲਿਆ। ਬਾਬਾ ਅਮਰਦਾਸ ਜੀ ਨੂੰ ਛੋਹ ਪ੍ਰਾਪਤ ਹੋਈ ਗੁਰੂ ਅੰਗਦ ਦੇਵ ਜੀ ਮਹਾਰਾਜ ਦੀ, ਆਪਣੇ ਵਰਗਾ ਹੀ ਬਣਾ ਲਿਆ। ਗੁਰੂ ਪਾਰਸ ਐਸਾ ਹੈ ਜੋ ਆਪਣੇ ਵਰਗਾ ਹੀ ਬਣਾ ਲੈਂਦਾ ਹੈ। ਇਸ ਕਰਕੇ ਸਭ ਤੋਂ ਸ੍ਰੇਸ਼ਟ ਕੋਈ ਪਾਰਸ ਹੈ, ਸਭ ਤੋਂ ਵਧੀਆ ਪਾਰਸਾਂ ਦਾ ਵੀ ਪਾਰਸ ਹੈ, ਤੇ ਉਹ ਗੁਰੂ ਹੈ। ਕਹਿਣ ਲੱਗੇ, ਪਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲਿਲਾਟ। ਕਹਿੰਦੇ ਜਦੋਂ ਮੱਥੇ ਦੇ ਭਾਗ ਜਾਗਦੇ ਸਤਿਗੁਰ ਮਿਲ ਪੈਂਦਾ ਹੈ, ਜੋ ਸਭ ਪਾਰਸਾਂ ਤੋਂ ਵਧੀਆ ਪਾਰਸ ਹੈ। ਫਿਰ ਕਹਿਣ ਲੱਗੇ, ਕਹਿੰਦੇ ਉਨ ਮਨ ਹੀ ਮਿਲੇ ਛੁਟਕਤ ਵਜਰ ਕਪਾਟ। ਭਗਤ ਰਵਿਦਾਸ ਜੀ ਆਖ ਰਹੇ ਨੇ, ਗੁਰੂ ਦੀ ਕਿਰਪਾ ਨਾਲ ਮਨ ਵਿੱਚ ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ। ਗੁਰੂ ਨੂੰ ਮਿਲ ਕੇ ਨਾ ਮਨ ਦੇ ਅੰਦਰ ਉਨਮਤ ਦਾ ਅਰਥ ਹੁੰਦਾ ਤਾਂਘ, ਤੀਬਰਤਾ, ਉਮੰਗ, ਚਾਅ। ਆਖਣ ਲੱਗੇ, ਗੁਰੂ ਦੀ ਕਿਰਪਾ ਨਾਲ ਮਨ ਵਿੱਚ ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੁੰਦੀ ਹੈ। ਉਨ ਮਨ ਹੀ ਮਿਲੇ ਤੇ ਉਹ ਅੰਤਰ ਆਤਮੇ ਹੀ ਪ੍ਰਭੂ ਨੂੰ ਮਿਲ ਪੈਂਦਾ ਹੈ। ਤੇ ਹੁੰਦਾ ਕੀ ਹੈ, ਜਦੋਂ ਅੰਤਰ ਆਤਮੇ ਹੀ ਪ੍ਰਭੂ ਨੂੰ ਮਿਲ ਪੈਂਦਾ ਹੈ ਤਾਂ ਛੁਟਕਤ ਵਜਰ ਕਪਾਟ। ਆਖਣ ਲੱਗੇ, ਮਨ ਦੇ ਕਰੜੇ ਜਿਹੜੇ ਕਵਾੜ ਨੇ ਉਹ ਖੁੱਲ੍ਹ ਜਾਂਦੇ ਹਨ। ਵਜਰ ਦਾ ਅਰਥ ਹੁੰਦਾ ਕਰੜੇ, ਕਪਾਟ ਦਾ ਹੁੰਦਾ ਦਰਵਾਜ਼ੇ, ਛੁਟਕਤ ਦਾ ਅਰਥ ਛੁੱਟ ਜਾਂਦੇ ਹਨ, ਭਾਵ ਖੁੱਲ੍ਹ ਜਾਂਦੇ ਹਨ। ਜਿਹੜੇ ਮਨ ਦੇ ਕੜੇ ਦਰਵਾਜ਼ੇ ਹਨ, ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਮਨ ਵਿੱਚ ਪਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ। ਜਦੋਂ ਅੰਤਰ ਆਤਮੇ ਪ੍ਰਭੂ ਮਿਲ ਪੈਂਦਾ ਹੈ ਤੇ ਮਨ ਦੇ ਉਹ ਕਰੜੇ ਦਰਵਾਜ਼ੇ ਜਿਹੜੇ ਖੁੱਲ੍ਹ ਜਾਂਦੇ ਨੇ। ਸੌਖਾ ਨਹੀਂ ਹੈ ਮਨ ਦੇ ਦੁਆਰ ਖੋਲ੍ਹਣੇ, ਮਨ ਨੂੰ ਜਗਾਉਣਾ ਕੋਈ ਸੌਖਾ ਨਹੀਂ ਹੈ, ਮਨ ਤੱਕ ਪਹੁੰਚਣਾ ਕੋਈ ਸੌਖਾ ਨਹੀਂ ਹੈ। ਪਰ ਕਹਿੰਦੇ ਗੁਰੂ ਦੀ ਕਿਰਪਾ ਹੋ ਜਾਏ, ਭਗਤ ਰਵਿਦਾਸ ਜੀ ਆਖਦੇ ਨੇ, ਕਹਿੰਦੇ ਫਿਰ ਮਨ ਦੇ ਇਹ ਕਰੜੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ। ਐਸੀ ਕਿਰਪਾ ਹੋ ਜਾਂਦੀ ਹੈ। ਫਿਰ ਆਖਣ ਲੱਗੇ, ਭਗਤ ਜੁਗਤ ਮਤ ਸਤ ਕਰੀ ਭ੍ਰਮ ਬੰਧਨ ਕਾਟ ਵਿਕਾਰ। ਆਖਣ ਲੱਗੇ, ਜਿਸ ਮਨੁੱਖ ਨੇ ਪ੍ਰਭੂ ਦੀ ਭਗਤੀ ਵਿੱਚ ਜੁੜ ਕੇ ਇਸ ਭਗਤੀ ਦੀ ਬਰਕਤ ਨਾਲ ਭਟਕਣਾ, ਵਿਕਾਰਾਂ ਤੇ ਮਾਇਆ ਦੇ ਬੰਧਨਾਂ ਨੂੰ ਕੱਢ ਕੇ ਆਪਣੀ ਬੁੱਧੀ ਨੂੰ ਮਾਇਆ ਵਿੱਚੋਂ ਡੋਲਣ ਤੋਂ ਰੋਕ ਲਿਆ। ਭਗਤ ਜੁਗਤ ਮਤ ਸਤ ਕਰੀ,
ਆਪਣੀ ਮਤ ਨੂੰ ਉਸ ਪਾਸੇ ਲਾ ਲਿਆ। ਪ੍ਰਭੂ ਦੀ ਭਗਤੀ ਵਿੱਚ ਜੁੜ ਕੇ ਭਟਕਣਾ, ਵਿਕਾਰਾਂ, ਮਾਇਆ ਦੇ ਬੰਧਨਾਂ ਨੂੰ ਕੱਟ ਕੇ ਆਪਣੀ ਬੁੱਧੀ ਨੂੰ ਮਾਇਆ ਵਿੱਚੋਂ ਡੋਲਣ ਤੋਂ ਰੋਕ ਲਿਆ। ਭਰਮ ਬੰਧਨ, ਕਾਟ, ਵਿਕਾਰ ਆਪਣੇ ਜੀਵਨ ਦੇ ਸਾਰੇ ਬੰਧਨ ਕੱਟ ਲਏ, ਵਿਕਾਰ ਪਾਸੇ ਹੋ ਗਏ। ਛੇਤੀ ਕਰਕੇ ਸਾਡਾ ਅੰਦਰਲਾ ਟਿਕਦਾ ਨਹੀਂ, ਅੰਦਰਲਾ ਭਟਕਦਾ ਹੀ ਰਹਿੰਦਾ ਹੈ। ਅਡੋਲਤਾ ਨਹੀਂ ਮਿਲਦੀ ਜੀਵਨ 'ਚ। ਪਰ ਜਿਹੜਾ ਮਨੁੱਖ ਭਗਤ ਜੁਗਤ, ਭਗਤੀ ਤੇ ਜੁਗਤੀ, ਇੱਕ ਗੱਲ ਯਾਦ ਰੱਖਣਾ, ਭਗਤੀ ਵੀ ਜੁਗਤੀ ਤੋਂ ਬਿਨਾਂ ਨਹੀਂ। ਇੱਥੇ ਭਗਤ ਅਰਥ ਭਗਤੀ ਵਾਸਤੇ ਹੈ। ਭਗਤ ਦੇ ਤੱਤੇ ਨੂੰ ਸਿਆਰੀ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 3 ਰੂਪ ਨੇ ਭਗਤ ਦੇ ਤੱਤੇ ਨੂੰ ਸਿਆਰੀ, ਭਗਤ ਦਾ ਤੱਤਾ ਮੁਕਤਾ, ਭਗਤ ਦੇ ਤੱਤੇ ਨੂੰ ਔਂਕੜ। ਜਿੱਥੇ ਔਂਕੜ ਹੈ ਉੱਥੇ ਇੱਕ ਭਗਤ, ਜਿੱਥੇ ਭਗਤ ਦਾ ਤੱਤਾ ਮੁਕਤਾ ਹੈ ਬਹੁਤ ਸਾਰੇ ਭਗਤ, ਜਿੱਥੇ ਭਗਤ ਦੇ ਤੱਤੇ ਨੂੰ ਸਿਆਰੀ ਹੈ ਉੱਥੇ ਅਰਥ ਨੇ ਭਗਤੀ। ਇਹ 3 ਰੂਪ ਆਏ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਉਚਾਰਨ ਭਗਤੀ ਹੋ ਰਿਹਾ 3 ਥਾਵਾਂ ਤੇ। ਇਸ ਕਰਕੇ ਕਹਿੰਦੇ ਭਗਤੀ ਵਿੱਚ ਜੁੜ ਕੇ ਜਦੋਂ ਬੁੱਧੀ ਨੂੰ ਮਾਇਆ ਦੇ ਵਿੱਚ ਡੋਲਣ ਤੋਂ ਰੋਕ ਲਿਆ, ਮਤ ਸਤ ਕਰੀ, ਮਤ ਨੂੰ ਸਤ ਬਣਾ ਲਿਆ। ਕਿਉਂਕਿ ਮਤ ਟਿਕਦੀ ਨਹੀਂ ਹੈ, ਅੰਦਰਲਾ ਟਿਕਦਾ ਨਹੀਂ ਹੈ। ਇਸ ਕਰਕੇ ਅਸੀਂ ਅਰਦਾਸ ਕਰਦੇ ਹਾਂ ਸਾਹਿਬਾਂ ਦੇ ਚਰਨਾਂ 'ਚ, ਡੰਡੋਤ ਬੰਧਨ ਅਨੇਕ ਵਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸੱਚੇ ਪਾਤਸ਼ਾਹ ਸਾਡੇ ਸਿਰ ਤੇ ਹੱਥ ਰੱਖ, ਅਸੀਂ ਡੁੱਲ ਜਾਂਦੇ ਹਾਂ, ਕਿਰਪਾ ਕਰ। ਕਹਿੰਦੇ ਜਦੋਂ ਮਨੁੱਖ ਭਗਤੀ ਕਰਦਾ ਹੈ ਔਰ ਉਸ ਦੇ ਵਿੱਚ ਜੁੜਦਾ ਹੈ, ਉਸ ਭਗਤੀ ਦੀ ਬਰਕਤ ਦੇ ਨਾਲ ਅੰਦਰ ਦੀ ਜਿਹੜੀ ਭਟਕਣਾ ਹੈ ਨਾ, ਜਿਹੜੇ ਵਿਕਾਰ ਨੇ, ਮਾਇਆ ਦੇ ਬੰਧਨ ਨੇ, ਉਹਨਾਂ ਤੋਂ ਖਲਾਸੀ ਮਿਲ ਜਾਂਦੀ ਹੈ। ਫਿਰ ਮਨੁੱਖ ਦਾ ਮਨ ਮਾਇਆ ਦੇ ਵਿੱਚ ਡੋਲਦਾ ਨਹੀਂ, ਫਿਰ ਮਨੁੱਖ ਮਨ ਨੂੰ ਡੋਲਣ ਤੋਂ ਰੋਕ ਲੈਂਦਾ ਹੈ। ਫਿਰ ਮਨ ਕਹਿੰਦੇ ਸੋਈ ਵਸ ਦਸ ਮਨ ਮਿਲੇ, ਗੁਣ ਨਿਰਗੁਣ ਏਕ ਵਿਚਾਰ। ਆਖਣ ਲੱਗੇ, ਕਹਿੰਦੇ ਨੇ ਉਹੀ ਮਨੁੱਖ ਪ੍ਰਭੂ ਦੀ ਯਾਦ ਵਿੱਚ ਟਿਕ ਕੇ ਆਨੰਦ ਨਾਲ ਪ੍ਰਭੂ ਨੂੰ ਅੰਤਰ ਆਤਮੇ ਮਿਲ ਪੈਂਦਾ ਹੈ ਅਤੇ ਉਸ ਇੱਕ ਪਰਮਾਤਮਾ ਦੇ ਗੁਣਾਂ ਦੀ ਯਾਦ ਵਿੱਚ ਰਹਿੰਦਾ ਹੈ ਜੋ ਮਾਇਆ ਦੇ 3 ਗੁਣਾਂ ਤੋਂ ਪਰੇ ਨੇ। ਜਿਹੜਾ ਪਰਮਾਤਮਾ ਮਾਇਆ ਦੇ 3 ਗੁਣਾਂ ਤੋਂ ਪਰੇ ਹੈ, ਉਸ ਪਰਮਾਤਮਾ ਦੀ ਯਾਦ ਵਿੱਚ ਰਹਿੰਦਾ ਹੈ। ਸੋਈ ਵਸ ਰਸ ਮਨ ਮਿਲੇ, ਗੁਣ ਨਿਰਗੁਣ ਏਕ ਵਿਚਾਰ। ਜਿਹੜੀ ਤਿਰਗੁਣੀ ਮਾਇਆ ਨਾ, ਉਸ ਤੋਂ ਪਰੇ ਜਿਹੜਾ ਵਾਹਿਗੁਰੂ ਹੈ ਉਸ ਦੇ ਗੁਣਾਂ ਨਾਲ ਜੁੜਦਾ ਹੈ, ਪਰਮਾਤਮਾ ਦੀ ਗੁਣਾਂ ਦੀ ਯਾਦ ਵਿੱਚ ਰਹਿੰਦਾ ਹੈ। ਅਸਲ ਵਿੱਚ ਰੱਬ ਨੂੰ ਯਾਦ ਕਰਨਾ ਕੀ ਹੈ? ਗੁਣਾਂ ਨੂੰ ਯਾਦ ਕਰਨਾ, ਜੋ ਵਾਹਿਗੁਰੂ ਜੀ ਦੇ ਗੁਣ ਹਨ ਕਿ ਵਾਹਿਗੁਰੂ ਨਿਰਭਉ ਹੈ, ਨਿਰਵੈਰ ਹੈ। ਜਿਵੇਂ ਜਿਵੇਂ ਅਸੀਂ ਰੱਬੀ ਗੁਣਾਂ ਨੂੰ ਚੇਤੇ ਕਰਾਂਗੇ ਨਾ, ਤੇ ਅੰਦਰ ਵੈਰ ਭਾਵਨਾ ਸਾਡੀ ਵੀ ਮੁਕੇਗੀ, ਅੰਦਰ ਡਰ ਸਾਡੇ ਵੀ ਮੁਕਣਗੇ। ਨਹੀਂ ਤਾਂ ਸਾਡੇ ਡਰ ਕੋਈ ਨਹੀਂ ਮੁਕਾ ਸਕਦਾ, ਕੇਵਲ ਉਸ ਦੀ ਯਾਦ ਹੈ। ਰੱਬੀ ਗੁਣ ਜਿਵੇਂ ਜਿਵੇਂ ਅਸੀਂ ਆਪਣੇ ਜੀਵਨ ਵਿੱਚ ਇਕੱਠੇ ਕਰਦੇ ਜਾਵਾਂਗੇ, ਉਹਨਾਂ ਗੁਣਾਂ ਨੇ ਹੀ ਸਾਨੂੰ ਰੱਬ ਵਰਗਾ ਬਣਾਉਣਾ ਹੈ। ਇਸ ਕਰਕੇ ਭਗਤ ਜੀ ਆਖਣ ਲੱਗੇ, ਕਹਿੰਦੇ ਨੇ ਤੂੰ ਉਸ ਪਰਮਾਤਮਾ ਦੇ ਨਾਲ ਜੁੜ, ਪਰਮਾਤਮਾ ਦੇ ਗੁਣਾਂ ਦੀ ਯਾਦ ਵਿੱਚ ਰਹਿ, ਅਤੇ ਤੈਨੂੰ ਉਹ ਅੰਤਰ ਆਤਮੇ ਹੀ ਪ੍ਰਾਪਤ ਹੋ ਜਾਏਗਾ ਅਤੇ ਤੈਨੂੰ ਆਨੰਦ ਦੀ ਪ੍ਰਾਪਤੀ ਹੋ ਜਾਏਗੀ ਜਦੋਂ ਇਹ ਵਿਚਾਰ ਤੇਰੇ ਹਿਰਦੇ 'ਚ ਟਿਕ ਗਈ। ਫਿਰ ਕਹਿਣ ਲੱਗੇ ਅਨਿਕ ਜਤਨ ਨਿਗ੍ਰਹਿ ਕੀਏ, ਟਾਰੀ ਨਾ ਟਰੈ ਬ੍ਰਹਮ ਫਾਸ। ਹੁਣ ਭਗਤ ਰਵਿਦਾਸ ਜੀ ਕਹਿਣ ਲੱਗੇ, ਪ੍ਰਭੂ ਦੀ ਯਾਦ ਤੋਂ ਬਿਨਾਂ ਮਨ ਨੂੰ ਵਿਕਾਰਾਂ ਵੱਲੋਂ ਰੋਕਣ ਦੇ ਜੋ ਹੋਰ ਅਨੇਕਾਂ ਯਤਨ ਵੀ ਕੀਤੇ ਜਾਣ, ਅਨੇਕ ਯਤਨ ਨਿਗ੍ਰਹਿ ਕੀਏ, ਆਓ ਕਿ ਮਨ ਨੂੰ ਵਿਕਾਰਾਂ ਵੱਲੋਂ ਰੋਕਣ ਦੇ ਹੋਰ ਅਨੇਕਾਂ ਯਤਨ ਵੀ ਕੀਤੇ ਜਾਣ, ਤਾਂ ਵੀ ਵਿਕਾਰਾਂ ਵਿੱਚ ਭਟਕਣਾ ਦੀ ਫਾਈ ਟਾਲਿਆਂ ਟਲਦੀ ਨਹੀਂ ਹੈ। ਅਨੇਕ ਯਤਨ ਨਿਗ੍ਰਹਿ ਕੀਏ, ਟਾਰੀ ਨਾ ਟਰੈ ਬ੍ਰਹਮ ਫਾਸ। ਤਾਂ ਵੀ ਇਹ ਵਿਕਾਰਾਂ ਦੀ ਜਿਹੜੀ ਭਟਕਣਾ ਹੈ ਨਾ, ਇਹ ਫਾਈ ਜਿਹੜੀ ਹੈ,
ਇਹ ਟਾਲਿਆਂ ਵੀ ਨਹੀਂ ਟਲਦੀ, ਹੋਰ ਵੀ ਕਿਤਨੇ ਕਰਮ ਕਰ ਲਓ। ਆਓ ਕਿ ਗੁਰੂ ਦੀ ਭਗਤੀ ਨੂੰ ਛੱਡ ਕੇ, ਗੁਰੂ ਦੇ ਦਰਸਾਏ ਹੋਏ ਮਾਰਗ ਨੂੰ ਛੱਡ ਕੇ ਹੋਰ ਜਿਤਨੇ ਮਰਜ਼ੀ ਕਰਮ ਕਰ ਲਓ, ਇਹ ਫਾਈ ਨਹੀਂ ਕੱਟੀ ਜਾਂਦੀ, ਇਹ ਫਾਈ ਨਹੀਂ ਕੱਟੀ ਜਾਂਦੀ, ਇਹ ਭਟਕਣਾ ਦੂਰ ਨਹੀਂ ਹੁੰਦੀ। ਇਸ ਕਰਕੇ ਭਗਤ ਰਵਿਦਾਸ ਜੀ ਲਾਸਟ ਪੰਕਤੀ ਵਿੱਚ ਕਹਿਣ ਲੱਗੇ, ਆਖਣ ਲੱਗੇ ਪ੍ਰੇਮ ਭਗਤ ਨਹੀਂ ਊਪਜੈ ਤਾਤੇ ਰਵਿਦਾਸ ਉਦਾਸ। ਆਖਣ ਲੱਗੇ ਕਰਮ ਕਾਂਡ ਦੇ ਇਹਨਾਂ ਯਤਨਾਂ ਨਾਲ ਪ੍ਰਭੂ ਪਿਆਰ ਭਰੀ ਯਾਦ ਹਿਰਦੇ ਵਿੱਚ ਪੈਦਾ ਨਹੀਂ ਹੋ ਸਕਦੀ, ਪ੍ਰੇਮਾ ਭਗਤੀ ਪੈਦਾ ਨਹੀਂ ਹੋ ਸਕਦੀ। ਕਹਿਣ ਲੱਗੇ ਤਾਂ ਤੇ ਰਵਿਦਾਸ ਉਦਾਸ, ਇਸ ਵਾਸਤੇ ਮੈਂ ਰਵਿਦਾਸ ਇਹਨਾਂ ਕਰਮ ਧਰਮਾਂ ਤੋਂ ਉਪਰਾਮ ਹਾਂ, ਇਹਨਾਂ ਕਰਮਾਂ ਧਰਮਾਂ ਤੋਂ ਉਪਰਾਮ ਹਾਂ, ਜਿਹੜੇ ਕਰਮ ਕਾਂਡ ਪੰਡਤ ਜੀ ਤੁਸੀਂ ਦੱਸਦੇ ਹੋ। ਕਿਉਂਕਿ ਇਹਨਾਂ ਨੂੰ ਕਰਕੇ ਮੈਂ ਦੇਖਿਆ ਪ੍ਰੇਮਾ ਭਗਤੀ ਦਾ ਜਨਮ ਨਹੀਂ ਹੁੰਦਾ, ਪ੍ਰਭੂ ਦਾ ਪ੍ਰੇਮ ਨਹੀਂ ਉਪਜਦਾ। ਇਸ ਕਰਕੇ ਭਗਤ ਰਵਿਦਾਸ ਜੀ ਕਹਿੰਦੇ ਮੈਂ ਇਹਨਾਂ ਕਰਮਾਂ ਧਰਮਾਂ ਤੋਂ ਉਪਰਾਮ ਹਾਂ, ਇਸ ਕਰਕੇ ਮੈਂ ਉਦਾਸ ਹਾਂ। ਉਦਾਸ ਦਾ ਅਰਥ ਹੈ ਉਪਰਾਮ। ਉਹ ਗੱਲ ਸ਼ਬਦ ਵਿੱਚ ਇਹ ਕਹਿਣਾ ਚਾਹੁੰਦੇ ਹੈ ਕਿ ਇਹ ਗੱਲ ਗਲਤ ਹੈ ਕਿ ਹਿਰਦੇ ਵਿੱਚ ਪਰਮਾਤਮਾ ਦੀ ਪ੍ਰੇਮਾ ਭਗਤੀ ਪੈਦਾ ਕਰਨ ਲਈ ਹਰੇਕ ਯੁੱਗ ਵਿੱਚ ਮਨੁੱਖ ਵਾਸਤੇ ਵੱਖ ਵੱਖ ਕਰਮ ਧਰਮ ਪ੍ਰਧਾਨ ਰਹੇ। ਕੋਈ ਦਾਨ, ਜਗ, ਦੇਵ ਪੂਜਾ, ਅਵਤਾਰ ਭਗਤੀ, ਤੀਰਥ ਇਸ਼ਨਾਨ ਮਨੁੱਖ ਨੂੰ ਮਾਇਆ ਦੀ ਫਾਇਦੇ ਤੋਂ ਨਹੀਂ ਬਚਾ ਸਕਦਾ। ਇਹ ਜਿਹੜੇ ਕਰਮ ਨੇ ਨਾ ਹੀ ਪ੍ਰਭੂ ਚਰਨਾਂ ਵਿੱਚ ਜੋੜ ਸਕਦੇ ਨੇ ਇਹ ਕਰਮ। ਫਿਰ ਭਗਤ ਰਵਿਦਾਸ ਜੀ ਦੱਸੋ ਕਿਹੜੇ ਕਰਮ ਕਰੀਏ? ਤੁਸੀਂ ਸਾਰਾ ਨਿਰਣਾ ਦੇ ਦਿੱਤਾ ਆਪਣੀ ਬਾਣੀ ਦੇ ਰਾਹੀਂ। ਇਸ ਸ਼ਬਦ ਨੂੰ ਮੈਨੂੰ ਕਈ ਵਾਰੀ ਵਿਚਾਰਨਾ ਪਿਆ, ਕਈ ਵਾਰੀ ਸੋਚਣਾ ਪਿਆ ਵੀ ਮੈਂ ਕਿਸ ਤਰ੍ਹਾਂ ਤੁਹਾਡੇ ਨਾਲ ਇਸ ਨੂੰ ਬਿਆਨ ਕਰਾਂ, ਕਿਉਂਕਿ ਕਈ ਵਾਰੀ ਜਿਤਨੇ ਸ਼ਬਦ ਸੌਖੇ ਲਿਖੇ ਹੁੰਦੇ ਅਰਥ ਉਤਨੇ ਸੌਖੇ ਨਹੀਂ ਹੁੰਦੇ। ਕਈ ਵਾਰੀ ਸੰਗਤ ਸੋਚਦੀ ਵੀ ਭਾਈ ਸਾਹਿਬ ਬੈਠਦੇ ਨੇ ਅਰਥ ਕਰ ਦਿੰਦੇ ਨੇ, ਇਤਨਾ ਸੌਖਾ ਵੀ ਨਹੀਂ ਹੈ। ਕਈਆਂ ਨੂੰ ਲੱਗਦਾ ਹੋਏਗਾ ਇਹ ਕੰਮ, ਪਰ ਜਦੋਂ ਗੁਰਬਾਣੀ ਨੂੰ ਅਸੀਂ ਅਧਿਐਨ ਕਰਦੇ ਹਾਂ, ਇਸ ਨੂੰ ਵਿਚਾਰਦੇ ਹਾਂ, ਫਿਰ ਕਈ ਵਾਰੀ ਗੱਲ ਉੱਪਰੋਂ ਕੁਝ ਹੋਰ ਲੱਗ ਰਹੀ ਹੁੰਦੀ ਸ਼ਬਦ ਦੇ ਲਫ਼ਜ਼ਾਂ ਵਿੱਚ, ਪਰ ਉਸਦੇ ਅੰਤਰੀ ਭਾਵ ਕੁਝ ਹੋਰ ਹੁੰਦੇ ਹਨ। ਸੋ ਇਸ ਸ਼ਬਦ ਦੇ ਰਾਹੀਂ ਇਹੀ ਗੱਲ ਸਮਝਾਉਣਾ ਚਾਹੁੰਦੇ ਨੇ ਕਿ ਗੁਰਬਾਣੀ ਦਾ ਇਹੀ ਆਸਾ ਹੈ। ਭਗਤ ਰਵਿਦਾਸ ਜੀ ਸਮਝਾ ਰਹੇ ਨੇ ਕਿ ਚਾਹੇ ਕੋਈ ਵੀ ਮਿਥਿਆ ਹੋਇਆ ਸਤਯੁਗ, ਚਾਹੇ ਤ੍ਰੇਤਾ, ਚਾਹੇ ਦੁਆਪੁਰ, ਚਾਹੇ ਕਲਯੁਗ ਹੈ, ਦੁਨੀਆ ਦੇ ਵਿਕਾਰਾਂ ਤੋਂ ਬਚ ਕੇ ਜੀਵਨ ਦਾ ਸਹੀ ਰਸਤਾ ਲੱਭਣਾ ਪਰਮਾਤਮਾ ਦੀ ਭਗਤੀ ਹੀ ਇੱਕੋ ਠੀਕ ਯਤਨ ਹੈ, ਹੋਰ ਕੋਈ ਯਤਨ ਨਹੀਂ। ਕਿਉਂਕਿ ਇਹ ਸਾਰੇ ਮਿੱਥੇ ਹੋਏ ਨੇ, ਗੁਰਮਤਿ ਤਾਂ ਇਹਨਾਂ ਤੋਂ ਅੱਗੇ ਦੀ ਗੱਲ ਕਰਦੀ ਹੈ। ਕਿਉਂਕਿ ਗੁਰਮਤਿ ਕਹਿੰਦੀ ਹੈ ਸੋਈ ਦਿਨਸ ਚੜ੍ਹੈ ਸੇ ਤਾਰੇ, ਸੋਈ ਦੁਨੀਆ ਤਪਤ ਰਹਿ, ਜੁਗ ਜੀ ਖੇਲੇ ਥਾਉ ਕੈਸੇ, ਜੀਵਨ ਤਲਬ ਨਿਵਾਰ, ਹੋਵੇ ਤੇ ਗਿਆਨਾ ਕਰੇ ਪ੍ਰਮਾਣਾ, ਕਲ ਲਖਣ ਵਿਚਾਰ। ਮਹਾਰਾਜ ਕਹਿੰਦੇ ਨੇ ਇੱਕ ਗੱਲ ਦੱਸੋ ਕਿ ਹੁਣ ਕਲਯੁਗ ਕਹਿੰਦੇ ਤੁਸੀਂ, ਤੇ ਇਹ ਤਾਰੇ ਸਤਯੁਗ ਵਿੱਚ ਵੀ ਇਸ ਤਰ੍ਹਾਂ ਹੀ ਸਨ, ਅੱਜ ਵੀ ਇੱਦਾਂ ਹੀ ਨੇ। ਸਾਰੀਆਂ ਚੀਜ਼ਾਂ ਉਸ ਵੇਲੇ ਵੀ ਇਵੇਂ ਚੱਲ ਰਹੀਆਂ ਸਨ, ਅੱਜ ਵੀ ਉੱਦਾਂ ਹੀ ਚੱਲ ਰਹੀਆਂ ਨੇ। ਫਿਰ ਕਲਯੁਗ ਕਿਵੇਂ ਹੋ ਗਿਆ? ਸਮਾਂ ਮਿਲੇ ਤੇ ਇਸ ਸ਼ਬਦ ਨੂੰ ਜ਼ਰੂਰ ਵਿਚਾਰਨਾ। ਸੋਈ ਚੰਦ ਚੜ੍ਹੈ ਸੇ ਤਾਰੇ, ਸੋਈ ਦੁਨੀਅਰ ਤਪਤ ਰਹਿ, ਜੁਗ ਜੀ ਖੇਲੇ ਥਾਉ ਕੈਸੇ, ਜੀਵਨ ਤਲਬ ਨਿਵਾਰ, ਹੋਵੇ ਤੇ ਅਗਿਆਨਾ ਕਰੇ ਪ੍ਰਮਾਣਾ, ਕਲ ਲਖਣ ਵਿਚਾਰ। ਇਹ ਗੁਰੂ ਨਾਨਕ ਪਾਤਸ਼ਾਹ ਨੇ ਮਥੁਰਾ ਦੇ ਵਿੱਚ ਇਹ ਸ਼ਬਦ ਉਚਾਰਨ ਕੀਤਾ ਸੀ। ਜਦੋਂ ਗੁਰੂ ਸਾਹਿਬ ਜੀ ਉਦਾਸੀ 'ਤੇ ਆਏ ਅਤੇ ਉੱਥੇ ਇਹ ਸ਼ਬਦ ਉਚਾਰਨ ਕੀਤਾ। ਉੱਥੇ ਲੋਕ ਜਿਹੜੇ ਕਹਿ ਰਹੇ ਸਨ ਵੀ ਕਲਯੁਗ ਆ ਗਿਆ, ਕਲਯੁਗ ਆ ਗਿਆ, ਅਤੇ ਬਾਬਾ ਜੀ ਨੇ ਕਿਹਾ ਵੀ ਉਹੀ ਸੂਰਜ ਚੜ੍ਹ ਰਿਹਾ ਸੀ ਉਦੋਂ, ਜਦੋਂ ਤੁਸੀਂ ਕਹਿੰਦੇ ਸਤਯੁਗ, ਉਹੀ ਅੱਜ ਚੜ੍ਹ ਰਿਹਾ। ਉਸ ਤਰ੍ਹਾਂ ਹੀ ਦਿਨ ਹੁੰਦਾ ਸੀ, ਉਸ ਤਰ੍ਹਾਂ ਹੀ ਰਾਤ ਹੁੰਦੀ ਸੀ। ਅਤੇ ਦੱਸੋ ਕਲਯੁਗ ਕਿਵੇਂ ਹੈ? ਕੋਈ ਚੀਜ਼ ਬਦਲੀ? ਆਪਣੀ ਮਤ ਨੂੰ ਵਿਕਾਰਾਂ ਵਿੱਚ ਪਾ ਕੇ ਇਹ ਕਹਿ ਦੇਣਾ ਦੋਸ਼ ਕਲਯੁਗ ਦੇ ਸਿਰ 'ਤੇ ਮੰਨ ਦੇਣਾ, ਆਪਣੇ ਆਪ ਨੂੰ ਵਰੀ ਕਰ ਲੈਣਾ। ਸਾਡਾ ਇੱਕ ਸੁਭਾਅ ਹੈ ਕਿ ਅਸੀਂ ਆਪਣੇ ਆਪ ਨੂੰ ਬਚਾ ਲੈਂਦੇ ਹਾਂ, ਦੋਸ਼ੀ ਦੂਜੇ ਨੂੰ ਠਹਿਰਾ ਦਿੰਦੇ ਹਾਂ ਕਿ ਇਸ ਦੀ ਵਜ੍ਹਾ ਨਾਲ। ਪਰ ਗੁਰਬਾਣੀ ਇਹ ਅਟਲ ਸੱਚਾਈ ਕਹਿੰਦੀ, ਮੈਂ ਕਹਿ ਕੇ ਪੰਕਤੀ ਸਮਾਪਤੀ ਕਰਾਂ, ਦਦੈ ਦੋਸ਼ ਨਾ ਦੇਉ ਕਿਸੈ, ਦਦੈ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨ। ਅਸੀਂ ਕਿਸੇ ਨੂੰ ਦੋਸ਼ੀ ਨਹੀਂ ਠਹਿਰਾ ਸਕਦੇ, ਦੋਸ਼ ਆਪਣੇ ਕਰਮਾਂ ਦਾ ਹੈ।
ਸੋ ਗੋੜੀ ਰਾਗ ਦੀ ਜੋ ਬਾਣੀ ਭਗਤਾਂ ਦੀ ਲੜੀਵਾਰ ਚੱਲ ਰਹੀ ਸੀ, ਇੱਥੇ ਸਮਾਪਤੀ ਹੋ ਰਹੀ ਹੈ। ਅੱਗੇ ਅਗਲੇ ਰਾਗ ਦੀ ਬਾਣੀ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ, ਆਪ ਸੰਗਤਾਂ ਦੀ ਅਸੀਸ ਸਦਕਾ, ਆਪ ਅਸੀਸ ਬਖਸ਼ਿਓ ਕਿ ਇਹ ਜੋ ਗੁਰਬਾਣੀ ਦੇ ਪ੍ਰਭਾਵ ਚੱਲ ਰਹੇ ਹਨ, ਜੋ ਅਸੀਂ ਭਗਤਾਂ ਦੇ ਅਮੋਲਕ ਖਜ਼ਾਨੇ ਵਿੱਚੋਂ ਬਾਣੀ ਦੀ ਵਿਚਾਰ ਕਰ ਰਹੇ ਹਾਂ, ਕਿਤੇ ਇਸ ਵਿਚਾਰ ਕਰਦੇ ਕਰਦੇ ਦਾਸ ਨੂੰ ਸੋਝੀ ਆ ਸਕੇ ਅਤੇ ਤੁਸੀਂ ਸੰਗਤ ਕਰਦੇ ਹੋ, ਸਾਨੂੰ ਵੀ ਇਸ ਬਾਣੀ ਦੇ ਰਾਹੀਂ ਜੀਵਨ ਜਾਚ ਮਿਲ ਸਕੇ, ਤਾਂ ਕਿ ਕੀਤੇ ਹੋਏ ਜਿਹੜੇ ਉੱਦਮ ਉਪਰਾਲੇ ਨੇ ਗੁਰੂ ਮਹਾਰਾਜ ਸਕਾਰਤ ਕਰਨ, ਸਭਨਾਂ ਨੂੰ ਚੜ੍ਹਦੀਆਂ ਕਲਾ 'ਚ ਰੱਖਣ। ਇਤਨੇ ਬਚਨ ਪ੍ਰਵਾਨ। ਫਤਿਹ ਦੀ ਸਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।